मैं दिलबाग सिंह, फादर नाम पूरन सिंह। मैं इस टाइम रोहनी सैक्टर 16 सरदार कॉलोनी रहना है। दंगा पीड़ित कॉलोनी है। 1984 वाले मिली सी है जो इंतला कांड होया सी। साढ़े सट्टां लगियां सी। असीं उत्तम रहंदे सी उस टाइम। उत्तम नाल बहुत वड्डा कांड होया सी। उस च साडे काफ़ी सट्टां लगियां। साडे बहुत बंदे भी साडे उत्थे मरे सी। आर्मी आ गई सी जिद्दन 3 तरीक नूं, उदन बचे असीं। 2 तरीक पहली तरीक इन्ने हालात किते सी कि साडे लाशां नूं ना सूर खा रहे सी। कोई सानूं पुछण वाला नहीं सी। ਉਹ ਨਾ ਕੋਈ ਪੁੱਛਿਆ। ਸਾਨੂੰ ਅਲੋਟਮੈਂਟ ਮਿਲੀ ਸੀ। ਉਸ ਤੋਂ ਬਾਅਦ ਕੁਛ 3-3 ਹਜ਼ਾਰ ਰੁਪਏ ਸਾਨੂੰ ਦਿੱਤਾ ਸੀ ਇਹਨਾਂ ਨੇ। 4-4 ਫੁੱਟ ਦੀ ਇਹਨਾਂ ਬਾਉਂਡਰੀ ਕਰਕੇ ਦਿੱਤੀ ਸੀ। ਅਸੀਂ ਮਿਹਨਤ ਮਜ਼ਦੂਰੀ ਕਰਕੇ ਆਪਣਾ ਕਿਸ ਤਰ੍ਹਾਂ ਇੱਕ ਕਮਰੇ ਵਿੱਚ ਅਸੀਂ ਰਹਿ ਰਹੇ ਹਾਂ। ਕਿੰਨੇ ਸਾਲ ਹੋ ਗਏ ਤੁਹਾਨੂੰ ਇਸ ਕਲੋਨੀ 'ਚ ਆਏ ਹੋਏ? ਇਹ 84 ਕਾਂਡ ਹੋਇਆ ਸੀ। 4 ਸਾਲ ਬਾਅਦ ਮਿਲੀ ਸੀ ਸਾਨੂੰ ਕਲੋਨੀ ਹੈ। ਤੇ ਉਹ 4 ਸਾਲ ਕਿਸ ਤਰ੍ਹਾਂ ਬਿਤਾਏ ਸੀ ਤੁਸੀਂ? ਕੈਂਪਾਂ ਦੇ ਵਿੱਚ। ਤੇ ਜਦੋਂ ਇਸ ਕਲੋਨੀ 'ਚ ਤੁਹਾਨੂੰ ਜਗ੍ਹਾ ਮਿਲੀ ਤੇ ਸਮਾਨ ਜਿਵੇਂ ਤੁਸੀਂ ਕਹਿ ਰਹੇ ਹੋ ਤੁਹਾਡਾ ਸਾਰਾ ਲੁੱਟ ਕੇ ਲੈ ਗਏ ਸੀ ਜਾਂ ਜਲਾਤਾ ਸੀਗਾ, ਫਿਰ ਉਹ ਸਮਾਨ ਕਿਸ ਤਰ੍ਹਾਂ ਆਇਆ ਘਰ ਦਾ? ਕਿਸ ਤਰ੍ਹਾਂ ਮਿਹਨਤ ਕਰਨੀ ਪਈ? ਕੀ ਕੰਮ ਕਰਨਾ ਪਿਆ ਸੀ ਤੁਹਾਨੂੰ? कैसे कई वीर ने साड़ी हैल्प की सी। करोल बाग से कोई संस्था, उन्होंने सानू 1000 रुपये दिता। अपना आटा सस्ता सी बहुत। दाला दूला एक टाइम खाने से एक टाइम नहीं खाते सा। हालात इन्ने खराब सी बहुत। ਦਿਨ 'ਚ ਇੱਕ ਵਾਰੀ ਖਾਣਾ ਖਾ ਸਕਦੇ ਸੀ, ਇਹ ਹਾਲਾਤ ਸੀਗੇ। ਉਸ ਤੋਂ ਬਾਅਦ ਕੰਮਕਾਰ ਵਾਸਤੇ ਕੋਈ ਹੈਲਪ ਵਗੈਰਾ ਮਿਲੀ ਕਿਸੇ ਤੋਂ? नहीं कितने नहीं मिली। असी बेलदारी करता रहा मैं। इस ते कई उदों 10 रुपये दिहाड़ी मिलती सी बेलदार नूं। 11 रुपये 10 रुपये ਉਹਦੇ ਨਾਲ ਅਸੀਂ ਟਾਈਮ ਪਾਸ ਕਰਨੇ ਸਾਂ। ਚੌਕ ਵਿੱਚ ਖਲੋ ਜਾਣਾ। ਉਹ ਲੈ ਜਾਂਦੇ ਸੀ ਮਕਾਨ ਬਣਾਉਣ ਵਾਲੇ। ਮਿਹਨਤ ਮਜ਼ਦੂਰੀ ਕਰਦੇ ਉਹ ਤਾਂ ਤਕੜੇ ਸਾ ਜਵਾਨ ਸੀ ਉਸ ਟਾਈਮ। ਤੇ ਜੋ ਉਸ ਟਾਈਮ ਹਾਲਾਤ ਸੀ, ਫਿਰ ਜੋ ਬੱਚੇ ਸੀ, ਅਗਰ ਪੜ੍ਹਾਈ ਵਗੈਰਾ ਦੀ ਗੱਲ ਕਰੇ, ਤੁਸੀਂ ਕਹਿ ਰਹੇ ਹੋ ਕੋਈ ਖਾਣ ਵਾਸਤੇ ਵੀ ਪੈਸੇ ਨਹੀਂ ਸੀ, ਕੰਮ ਕਾ ਕੈਂਪਾਂ ਦੇ ਵਿੱਚ ਸਾਡੀਆਂ ਸੰਸਥਾ ਸਰਦਾਰਾਂ ਦੀਆਂ ਉਹੀ ਲੰਗਰ ਖਵਾਉਂਦੇ ਸੀ ਸਾਨੂੰ। ਉੱਥੇ ਸਾਰੀ ਪਬਲਿਕ ਦਾ ਲੰਗਰ ਬਣਦਾ ਸੀ ਦੋਨੋਂ ਟਾਈਮ। ਉਹ ਜਦ ਤੱਕ ਕੈਂਪ 'ਚ ਰਹੇ ਹਾਂ, ਕੈਂਪ ਖਵਾਉਂਦੇ ਰਿਹਾ ਸਾਨੂੰ। ਗੌਰਮੈਂਟ ਨੇ ਕੁਛ ਨਹੀਂ ਦਿੱਤਾ। ਜਦੋਂ ਤੁਹਾਨੂੰ ਇਸ ਕਲੋਨੀ 'ਚ ਇੱਕ ਕਮਰੇ ਦਾ ਘਰ ਅਲਾਟ ਹੋ ਗਿਆ, ਉਸ ਤੋਂ ਬਾਅਦ ਹੋਰ ਕੋਈ ਸਹਾਇਤਾ ਮਿਲੀ ਸਰਕਾਰ ਤੋਂ? ਘਰ ਨਹੀਂ ਮਿਲੀ ਸੀ ਸਾਨੂੰ ਜੀ। ਸਿਵਰ ਪਏ ਨੇ। 4-4 ਫੁੱਟ ਦੀ ਬਾਉਂਡਰੀ ਸੀ। ਉਹਦੇ ਉੱਤੇ ਕਿਸੇ ਨੇ ਛੱਪਰ ਪਾ ਲਿਆ ਉਸ ਟਾਈਮ, ਕਿਸੇ ਨੇ ਤਰਪਾਲ ਪਾ ਲਿਆ। ਜਨਾਨੀ ਬੱਚੇ ਘਰ ਰਹਿੰਦੇ ਸੀ। ਆਦਮੀ ਮਜ਼ਦੂਰ ਕਰੀ ਜਾਂਦਾ ਸੀ। ਕਿਤੇ ਬੇਲਦਾਰੀ, ਕੋਈ ਰਿਕਸ਼ਾ ਚਲਾ ਰਿਹਾ, ਕੋਈ ਕੁਛ ਕਰ ਰਿਹਾ, ਕੋਈ ਬੱਸ ਦੇ ਕਨੈਕਟਰ, ਕੋਈ ਡਰਾਈਵਰ। ਨੌਕਰੀਆਂ ਤਾਂ ਹੈ ਹੀ ਨਹੀਂ ਸੀ ਉਸ ਨਾ। ਫਿਰ ਗੁਜ਼ਾਰਾ ਕਰਨ ਵਾਸਤੇ ਕਿਸ ਤਰ੍ਹਾਂ ਕੀ ਕਰਦੇ ਸੀ ਤੁਹਾਡੇ ਘਰ ਦੇ ਲੋਕ ਜਾਂ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ, ਤੁਹਾਡੇ ਰਿਸ਼ਤੇਦਾਰ ਕੀ ਕੰਮ ਕਰਦੇ ਸੀ ਫਿਰ? ਕੋਈ ਕੰਮ ਹੈ ਹੀ ਨਹੀਂ ਸੀ ਉਸ ਟਾਈਮ। ਲੋਕ ਡਰਦੇ ਮਾਰੇ ਨਿਕਲਦੇ ਨਹੀਂ ਸੀ ਬਾਹਰ। 2-3 ਮਹੀਨੇ ਤਾਂ ਅਸੀਂ ਨਿਕਲੇ ਨਹੀਂ ਬਾਹਰ। ਕੈਂਪਾਂ ਦੇ ਵਿੱਚ ਹੀ ਰਹੇ ਅਸੀਂ। 1.5-2 ਸਾਲ ਅਸੀਂ ਕੈਂਪਾਂ ਦੇ ਵਿੱਚ ਰਹੇ ਹਾਂ। ਫਿਰ ਸਾਨੂੰ ਅਲਾਟਮੈਂਟ ਹੋਈ ਹੈ। ਮਨਜੀਤ ਸਿੰਘ ਨੇ, ਡਾਇਰੈਕਟਰ ਮਨਜੀਤ ਸਿੰਘ ਸੀ, ਉਹਨੇ ਸਾਨੂੰ ਦਿੱਤੇ ਸੀ ਅਲਾਟਮੈਂਟ। DTC ਦੀਆਂ ਬੱਸਾਂ ਭਰ ਕੇ ਸਾਨੂੰ ਇੰਡੀਆ ਗੇਟ ਤੋਂ ਲਿਆਂਦਾ ਸੀ ਇੱਥੇ। ਉਦੋਂ ਇੱਥੇ ਸਾਰਾ ਜੰਗਲ ਹੁੰਦਾ ਸੀ ਬਿਲਕੁਲ। ਨਾ ਕੋਈ ਪੇੜ ਨਾ ਕੋਈ ਪੌਦਾ। ਧੁੱਪੇ ਹੀ ਲੋਕ ਰਾਤੀ ਸੜਕਾਂ 'ਤੇ ਸੌਂਦੇ ਸੀ। ਤੇ ਇੰਨੇ ਸਾਲਾਂ ਤੋਂ ਜਦੋਂ ਤੁਸੀਂ ਇੱਥੇ ਆਏ, ਇਸ ਕਲੋਨੀ 'ਚ ਆਏ, ਉਸ ਤੋਂ ਲੈ ਕੇ ਅਗਰ ਅੱਜ ਤੱਕ ਦੀ ਗੱਲ ਕੀਤੀ ਜਾਏ, ਕਿਸ ਤਰ੍ਹਾਂ ਦੀ ਸਹਾਇਤਾ ਤੁਹਾਨੂੰ ਮਿਲੀ? ਉਸ ਸਹਾਇਤਾ ਨਾਲ ਕੋਈ ਫਰਕ ਪਿਆ ਜਾਂ ਨਹੀਂ ਪਿਆ? ਜਿਵੇਂ ਕਿ ਅਗਰ 10 ਰੁਪਏ ਦੀ ਜ਼ਰੂਰਤ ਹੈ, ਕਿਸੇ ਨੇ 1 ਰੁਪਇਆ ਦਿੱਤਾ ਤਾਂ ਉਹਦੇ ਨਾਲ ਸ਼ਾਇਦ ਕੋਈ ਫਰਕ ਨਹੀਂ ਪੈਂਦਾ। ਇਹਨਾਂ ਨੇ ਹੈਲਪ ਕੀਤੀ। ਜਿਹੜੇ ਵਿਡੋ ਹੋਈਆਂ ਸੀ ਸਾਡੇ ਭੈਣਾਂ ਮਾਵਾਂ ਧੀਆਂ ਵਿਡੋ, ਉਹਨਾਂ ਨੂੰ ਇਹਨਾਂ ਨੇ ਪੈਸਾ ਦਿੱਤਾ ਸੀ। ਬਾਕੀ ਹੋਰ ਕਿਸੇ ਨੂੰ ਪੈਸਾ ਨਹੀਂ ਦਿੱਤਾ। ਜਾਂ ਜਿਨ੍ਹਾਂ ਕੋਲ ਪੁਲਿਸ ਰਿਪੋਰਟਾਂ ਸੀ ਉਹਨਾਂ ਦੀ ਥੋੜ੍ਹੀ ਬਹੁਤੀ ਹੈਲਪ ਕੀਤੀ ਆ। ਤੇ ਅੱਜ ਤੁਹਾਡੀ ਜ਼ਿੰਦਗੀ ਜਿਸ ਤਰ੍ਹਾਂ ਦੀ ਹੈਗੀ ਹੈ, ਸਿਰਫ 84 ਕਰਕੇ ਜੋ ਵੀ ਹੈ, ਕਿਸ ਤਰ੍ਹਾਂ ਦੀ ਹੈ? ਕਿਵੇਂ ਦੱਸੋਗੇ? ਕੀ ਪੜ੍ਹਾਈ ਕਰਾ ਨਹੀਂ ਸਕਦੇ। ਦੇਖੋ ਉੱਤੇ ਆ ਪੋਤਰਾ, ਦੋ ਪੋਤਰੀਆਂ, ਇੱਕ ਪੋਤਰਾ ਹੈ। ਸਰਕਾਰੀ ਸਕੂਲ 'ਚ ਅਸੀਂ ਉਹਨੂੰ ਪੜ੍ਹਾ ਰਿਹਾ ਉਹਨਾਂ ਨੂੰ। ਆਦਮੀ ਉਹਦਾ ਬੇਕਾਰ ਹੈ ਪੁੱਤਰ ਮੇਰਾ। ਉਹਨੂੰ ਨਸ਼ੇ ਲੱਗ ਗਏ ਇੱਥੇ। ਉਹਨਾਂ ਨੂੰ ਕਮਾ ਕੇ ਲਿਆਂਦੀ ਆ, ਆਪਣਾ ਟਾਈਮ ਪਾਸ ਕਰ ਰਿਹਾ। ਜਾਂ ਮੈਂ ਇੱਥੇ ਆਪਣਾ ਝੁੱਗੀ ਪਾਈ ਹੋਈ ਹੈ। ਝੁੱਗੀ ਵਿੱਚ ਆਪਣਾ ਫੱਟੇ ਬੱਲੇ ਹੋਏ, ਉਹ ਕਿਰਾਏ 'ਤੇ ਦੇਣਾ। ਰਿਕਸ਼ੇ ਰੱਖੇ ਨੇ 2। ਉਹ ਰਿਕਸ਼ੇ ਦਾ ਸਮਾਨ ਉਹ ਛੱਡ ਕੇ ਆਉਂਦੇ ਆ। ਯਾਨੀ ਇਸ ਉਮਰ 'ਚ ਵੀ ਤੁਹਾਨੂੰ ਹਾਲੇ ਮਜ਼ਦੂਰੀ ਕਰਨੀ ਪੈ ਰਹੀ ਹੈ? ਇਹ ਜ਼ਿਆਦਾਤਰ ਜੋ 84 ਰਾਈਟਸ ਦੇ ਜੋ ਵੀ ਪੀੜਿਤ ਸੀਗੇ ਉਸ ਟਾਈਮ ਦੇ, ਜੋ ਅੱਜ ਦੀ ਜਨਰੇਸ਼ਨ ਹੈ, ਜਿਵੇਂ ਤੁਸੀਂ ਦੱਸਿਆ ਤੁਹਾਡਾ ਬੇਟਾ ਵੀ ਨਸ਼ੇ ਦਾ ਗੁਲਾਮ ਹੋ ਗਿਆ, ਬਹੁਤ ਸਾਰੇ ਐਸੇ ਬੱਚੇ ਹੋਣਗੇ, ਅੱਜ ਦਾ ਯੂਥ ਹੈ ਜੋ ਨੌਜਵਾਨ ਹੈ ਉਹ ਨਸ਼ਿਆਂ 'ਚ ਪੈ ਗਿਆ।
ਤੇ ਕਿੰਨੇ ਕੁ ਨੌਜਵਾਨ ਤੁਹਾਡੀ ਜਾਣ ਪਛਾਣ ਦੇ ਨੇ ਜੋ ਨਸ਼ਿਆਂ 'ਚ ਆਪਣੀ ਜ਼ਿੰਦਗੀ ਗਵਾ ਚੁੱਕੇ ਨੇ? ਲੜਕਾ ਸਾਡਾ ਇੱਥੇ ਨੌਜਵਾਨ ਨਸ਼ਿਆਂ ਦੇ ਵਿੱਚ ਮਰ ਗਿਆ। ਕਦੋਂ ਤੋਂ ਲੈ ਕੇ ਕਦੋਂ ਤੱਕ? ਇਹ 10-15 ਸਾਲਾਂ ਦੇ ਅੰਦਰ ਨਸ਼ੇ, ਰਾਤੀ ਸਾਰੀ ਰਾਤ ਇੱਥੇ ਸੜਕਾਂ ਦੇ ਨਸ਼ੇ ਵੇਖ। ਤੇ ਇਹ ਜਿਹੜੇ ਨੌਜਵਾਨ ਨਸ਼ਿਆਂ 'ਚ ਪੈ ਗਏ, ਇਸ ਦਾ ਕਾਰਨ ਤੁਸੀਂ ਕਿਹਨੂੰ ਮੰਨਦੇ ਹੋ? ਇਹਦਾ ਕਾਰਨ ਉਹਨਾਂ ਮਾਪਿਓ ਨੇ ਸਿਰ ਦੇ ਉੱਤੇ, ਮਾਂ ਚਲੀ ਜਾਂਦੀ ਕੰਮ ਤੇ, ਪਿਓ ਸਿਰ ਤੇ ਹੈ ਨਹੀਂ ਹੈ। ਤੇ ਜੋ ਕੁਝ ਵੀ ਹੋਇਆ, ਯਾਨੀ ਕਿ 84 ਦੇ ਜੋ ਵੀ ਕਤਲੇਆਮ ਹੋਇਆ, ਸਿਰਫ ਉਸ ਕਰਕੇ ਇਹ ਹਾਲਾਤ ਨੇ ਤੁਹਾਡੇ? ਬਿਲਕੁਲ ਜੀ, ਉਹਦੇ ਬਾਅਦ ਅਸੀਂ ਖੜੇ ਹੋਏ ਨਹੀਂ ਆਪਣੇ ਪੈਰਾਂ ਤੇ। ਅੱਜ ਵੀ ਤੁਹਾਨੂੰ ਕਿਸੇ ਤੋਂ ਕੋਈ ਹੈਲਪ ਦੀ ਉਮੀਦ ਹੈਗੀ ਹੈ? ਨਹੀਂ ਜੀ, ਬਿਲਕੁਲ ਨਹੀਂ, ਬਿਲਕੁਲ ਹੈਲਪ ਨਹੀਂ ਹੈ, ਕਿਤੋਂ ਵੀ ਨਹੀਂ। ਬਹੁਤ ਦੁਖੀ ਅਸੀਂ ਲੋਕ। ਸਾਡੀਆਂ ਗਲੀਆਂ ਦੇਖੋ, ਇੱਥੇ ਪਾਣੀ ਦੇ ਵਿੱਚ ਸੀਵਰ ਦਾ ਪਾਣੀ ਔਰ ਪੀਣ ਵਾਲਾ ਪਾਣੀ ਮਿਕਸ ਹੋ ਰਿਹਾ। ਤੁਹਾਨੂੰ ਖਾਂਦੇ ਹਾਂ, ਪਾਣੀ ਇੰਨਾ ਗੰਦਾ, ਸਾਨੂੰ ਮਜਬੂਰੀ 'ਚ ਪੀਣਾ ਪੈ ਰਿਹਾ ਪਾਣੀ। ਕੋਈ ਸੁਣਵਾਈ ਨਹੀਂ ਕਰ ਰਿਹਾ। ਤੇ ਦਿੱਲੀ ਸਰਕਾਰ ਵੱਲੋਂ ਕੋਈ ਕਦੇ ਮਦਦ ਮਿਲੀ ਹੋਵੇ? ਕੋਈ ਮਦਦ ਨਹੀਂ ਮਿਲੀ ਅੱਜ ਤੱਕ, ਕਿਸੇ ਨੂੰ ਨਹੀਂ ਮਿਲੀ। ਸਿਰਫ ਇੱਥੇ ਕੈਮਰੇ ਲਾਗੇ ਨੇ। ਹਾਂ ਜੀ, ਇਹ ਕੈਮਰੇ ਅਸੀਂ ਲਿੱਤਾ ਹੈ, ਐਡਾ ਵੱਡਾ ਕੰਮ ਕੀਤਾ ਹੈ। ਬੀਜੇਪੀ ਦਾ ਜਿਹੜਾ ਹੈ, ਉਹਨੇ ਜਿਹੜੇ ਬੋਰਡ ਲਾਏ ਨੇ, ਇਹਨੇ ਬੋਰਡ ਲਾ ਦਿੱਤੇ ਨੇ ਵੀ ਇਹ ਕਲੋਨੀ ਦਾ ਨਾਂ ਭਗਤ ਸਿੰਘ ਕਲੋਨੀ ਰੱਖੋ। ਬਾਕੀ ਹੈਲਪ ਨਹੀਂ ਕੀਤੀ ਕਿਸੇ ਨੇ ਵੀ ਸਾਡੇ ਵਾਸਤੇ, ਕਿਸੇ ਨੇ ਵੀ। ਸਰਦਾਰ ਦਲਜੀਤ ਸਿੰਘ ਸਨ ਆਫ ਸ਼ੇਰ ਸਿੰਘ ਮੰਗੋਲਪੁਰੀ ਐਸ ਬਲਾਕ ਦਾ ਰਿਵਾਸੀ ਸੀ ਤੇ ਮੈਂ ਫੌਜ 'ਚ ਕੰਮ ਕਰਦਾ ਸੀ। ਉੱਥੋਂ ਆਉਂਦਿਆਂ ਸਾਨੂੰ ਰਸਤੇ 'ਚ ਬੱਸਾਂ ਰੋਕ ਲਈਆਂ ਤੇ ਫਿਰ ਸਾਨੂੰ ਦਿੱਲੀ ਲੈ ਗਏ, ਆਪਣੇ ਫੌਜ ਲੈ ਗਏ। 3 ਦਿਨਾਂ ਬਾਅਦ ਮੈਂ ਫਿਰ ਦਿੱਲੀ ਆਇਆ। ਜਦੋਂ ਕਤਲੇਆਮ ਬੰਦ ਹੋ ਗਿਆ ਤੇ ਫਿਰ ਵੀ ਮੈਂ ਆਪਣੇ ਮੰਗੋਲਪੁਰੀ ਪਹੁੰਚਿਆ। ਉੱਥੇ ਵੀ ਲੋਕ ਕਹਿਣਗੇ ਸਰਦਾਰ ਕਹਾਂ ਸੇ ਆ ਗਿਆ, ਇਹ ਸਰਦਾਰ कैसे बच गया, ये है वो है। ਪੁਲਿਸ ਵਾਲਿਆਂ ਨੇ ਮੈਨੂੰ ਘਰੋਂ ਉੱਥੋਂ ਤੱਕ ਪਹੁੰਚਿਆ ਤੇ ਘਰ ਵਾਲੇ ਕਹਿੰਦੇ ਇਹਨਾਂ ਨੂੰ ਤੇ ਲੈ ਗਏ ਨੇ ਹਸਪੀਟਲ। 20 ਬਲਾਕ ਗੁਰਦੁਆਰੇ ਵਿੱਚ ਉਹਨਾਂ ਨੂੰ ਸ਼ਰਨ ਦਿੱਤੀ ਹੋਈ ਹੈ। 20 ਬਲਾਕ ਗੁਰਦੁਆਰਾ ਤਿਲਕ ਵਿਹਾਰ, ਤਿਲਕ ਨਗਰ, ਪਛੋਰੀਆਂ ਦਾ ਗੁਰਦੁਆਰਾ ਸੀ, ਉਹਦੇ ਵਿੱਚ ਬੈਠੇ ਸੀ। ਉੱਥੇ ਜਾ ਕੇ ਮੈਨੂੰ ਕਹਿਣ ਲੱਗੇ ਜੀ ਪੁਲਿਸ ਵਾਲੇ ਵੀ ਮੈਨੂੰ ਉੱਥੇ ਲੈ ਜਾਓ। ਕਹਿੰਦੇ नहीं आप चले जाओ, हम नहीं आपको बचा लिया है, तो आप जहाँ मर्जी चले जाओ। मैं आपके साथ नहीं जाऊँगा क्योंकि माहौल ऐसा बना हुआ है। अभी आप तो कह रहे मेरे को ले जाओ, तो मेरे को कोई रास्ते में मार दे तो फिर जब मैं यहाँ सुन रहा हूँ कि ये कैसे बच गया, तो फिर वो कहने लगे नहीं हम तुम्हारे को सुल्तानपुर ही ले जाएंगे, मतलब वहाँ नहीं छोड़ने जाएंगे। मैंने उन्हें सुल्तानपुर ही रखे 2 दिन 3 दिन। उतों मैं तिलक विहार पता लगा कि मेरे बाकी दे रिश्तेदार, मेरी मम्मी, भरा सारे ही उत्थे ने। तो मेरे भरा एक नूं 2 नूं बड़ियां सट्टां लगियां सी, हिम्मत सिंह, गुरचरण सिंह, उन्होंने तो बुरा हाल किया सी उन्होंने। तो उस तो बाद मैं जाके उन्होंने वेख्या तो एडे एडे सिर सुजे हुए, कन्नां च अखां च सरिये मारने शुरू कीते। तो बच गए मुंडे दे वड्डे। एक तो भरा साडा पागल ही होया पिया। तो इस तरह करके साडे नाल होया। तो सानू मुआवजा भी मिले। असीं कहने नहीं मुआवजा नहीं मिला, पर मुआवजा भी मिले, प्लाट भी मिले, फ्लैट भी मिले, पर वो इंसाफ नहीं मिला सानू। सिख कौम नूं जिहड़ा इंसाफ मिलना चाहिए वो नहीं मिला। 84 ਚ ਜੋ ਵੀ ਕਤਲੇਆਮ ਹੋਇਆ, ਅਗਰ ਤੁਹਾਡੇ ਤੋਂ ਪੁੱਛਿਆ ਜਾਏ ਤੁਹਾਡਾ ਕਿੰਨਾ ਨੁਕਸਾਨ ਹੋਇਆ, ਪੈਸਿਆਂ ਦੇ ਕਰਕੇ ਜਾਂ ਬੰਦਿਆਂ ਦੇ ਕਰਕੇ ਜੀ, ਕਿੰਨੀਆਂ ਜਾਨਾਂ ਗਈਆਂ? ਦੁਕਾਨਾਂ ਸਾਡੇ ਮੇਰੇ ਠਾਦਰੀ ਜੱਠ ਸੀਗੀ, ਗੁਰਦੁਆਰੇ ਅੱਗ ਲੱਗੀ ਸੀ, ਉਧਰੋਂ ਬੁਝਾ ਕੇ ਤੇ ਆਪਣੇ ਘਰ ਨੂੰ ਆ ਰਹੇ ਸੀ। ਤੇ ਉੱਥੇ ਉਹਨਾਂ ਨੇ ਘੇਰ ਲਿਆ। ਤੇ ਫਿਰ ਉਹਨਾਂ ਨੇ ਸਾਡੀ ਗਲੀ 'ਚ ਇੱਕ ਮੁੰਡੇ ਨੇ ਐਵੇਂ ਸ਼ੋਰ ਪਾਤਾ ਤੇ ਉਹ ਸਾਰੀ ਪਬਲਿਕ ਅੰਦਰ ਆ ਗਈ। ਕਿਸੇ ਦੀ ਵਜ੍ਹਾ ਨਾਲ ਸਾਡਾ ਵੀ ਨੁਕਸਾਨ ਹੋ ਗਿਆ, ਉਹਨਾਂ ਦਾ ਆਪਣਾ ਵੀ ਨੁਕਸਾਨ ਹੋਇਆ। ਤੇ ਸਾਡੇ ਘਰ ਦੇ ਤਾਲਾ ਤੋਲਾ ਤੋੜ ਗਏ, ਇਹ ਚਾਦਰਾਂ ਤੋੜ ਗਏ। ਤੇ ਇਸ ਤਰ੍ਹਾਂ ਕਰਕੇ ਬਸ ਟਾਈਮ ਨਿਕਲ ਗਿਆ। ਕੀ ਕਰੀ ਤੇ ਅੱਜ ਜਿੰਨੇ ਵੀ ਸਾਲ ਗੁਜ਼ਰ ਚੁੱਕੇ ਨੇ, 36 ਸਾਲ ਦੇ ਕਰੀਬ ਸਮਾਂ ਨਿਕਲ ਗਿਆ ਹੈਗਾ, ਤੇ ਤੁਹਾਨੂੰ ਆਪਣੀ ਜ਼ਿੰਦਗੀ ਨੂੰ ਅੱਜ ਕਿੱਥੇ ਦੇਖਦੇ ਹੋ ਤੁਸੀਂ? ਅਸੀਂ ਤਾਂ ਫਿਰ ਮਹਾਰਾਜ ਸ਼ੁਕਰ ਕਰ ਰਹੇ ਹਾਂ ਜੀ, ਜਿੱਥੇ ਵੀ ਆਪਾਂ ਰੱਖਿਆ। ਪਰ ਅਗਰ ਉਹ ਕਤਲੇਆਮ ਨਹੀਂ ਹੁੰਦਾ ਤਾਂ ਅੱਜ ਜਿਸ ਤਰ੍ਹਾਂ ਦੀ ਤੁਹਾਡੀ ਜ਼ਿੰਦਗੀ ਹੈ, ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਜ਼ਿੰਦਗੀ ਇਸ ਤੋਂ ਜ਼ਿਆਦਾ ਅੱਛੀ ਹੁੰਦੀ? ਇਹ ਤਾਂ ਪਰਮਾਤਮਾ ਦੇ ਹੱਥ 'ਚ ਹੈ। ਬਾਕੀ ਹੋ ਸਕਦਾ ਅਸੀਂ ਠੀਕ ਹੁੰਦੇ ਕੀ ਉਹਦੇ ਨਾਲ ਵੀ, ਅਸੀਂ ਹੁਣ ਵੀ ਠੀਕ ਹੀ ਹਾਂ। ਤੇ ਬਾਕੀ ਇਹ ਹੈ ਕਿ ਜੋ ਹੋਇਆ ਗਲਤ ਹੋਇਆ, ਕਿਸੇ ਨੇ ਕਿੰਨੇ ਵੀ ਕੀਤਾ ਜਾਂ ਕਰਾਇਆ, ਤੇ ਸਿੱਖਾਂ ਵਾਸਤੇ ਬਹੁਤ ਮਾੜਾ ਕੰਮ ਹੋਇਆ। ਗੁਰੂ ਗ੍ਰੰਥ ਸਾਹਿਬ ਅੱਗ ਲਾਈ ਤੇ ਉਹਨਾਂ ਦਾ ਵੀ ਹਾਲ ਇਸ ਤਰ੍ਹਾਂ ਹੀ ਹੋਣਾ, ਤੇ ਹੋ ਵੀ ਰਿਹਾ। ਜਿਨ੍ਹਾਂ ਨੇ ਕਰਾਇਆ ਉਹਨਾਂ ਦਾ ਬੁਰਾ ਹਾਲ ਹੈ ਇਸ ਟਾਈਮ। ਉਹ ਤਾਂ ਪਰਮਾਤਮਾ ਹੀ ਕਰਨ ਵਾਲਾ, ਉਹਨਾਂ ਨੂੰ ਜੇ ਮੱਤ ਬਖਸ਼ੇ ਤੇ ਬਾਕੀ ਬੰਦੇ ਤੇ ਆ ਨਹੀਂ ਸਕਦੇ। ਪਰ ਜੋ ਹੋਇਆ ਬਹੁਤ ਗਲਤ ਹੋਇਆ। ਇੱਕ ਅਸੀਂ ਇੱਥੋਂ ਦੇ ਵਾਸੀ ਸੀ, ਅਸੀਂ ਕਿ ਬਾਹਰੋਂ ਤਾਂ ਨਹੀਂ ਆਏ ਸੀ, ਪਾਕਿਸਤਾਨ ਤੋਂ ਪਹਿਲਾਂ ਨਾਲ।
ਕੁਝ ਕਹਿਣਾ ਚਾਹੋਗੇ ਤੁਸੀਂ ਸਰਕਾਰ ਨੂੰ? ਸਰਕਾਰ ਕਹਿਣਾ ਅੱਗੇ ਤੋਂ ਕੌਮ ਨਾਲ ਇਹੋ ਜਿਹੀਆਂ ਗੱਲਾਂ ਨਾ ਹੋਣ, ਨਾ ਕਿਸੇ ਨਾਲ ਵੀ ਨਾ ਹੋਵੇ। ਅਸੀਂ ਤਾਂ ਇਹ ਚਾਹੁੰਦੇ ਹਾਂ ਅਮਨ ਸ਼ਾਂਤੀ ਰਹੇ, ਸਾਡੀ ਤਾਂ ਇਹ ਬੇਨਤੀ ਹੈ। ਤੇ ਅਗਰ ਜਿਵੇਂ ਤੁਹਾਡੇ ਉਸ ਤੋਂ ਬਾਅਦ ਜਿੰਨੇ ਵੀ ਬੱਚੇ ਜਿਨ੍ਹਾਂ ਦੀ ਪੜ੍ਹਾਈ ਇਫੈਕਟ ਹੋਈ, ਜਿਨ੍ਹਾਂ ਜੋ ਪੜ੍ਹ ਨਹੀਂ ਸਕੇ, ਤੇ ਉਹਦਾ ਕਾਰਨ ਵੀ ਇਹੀ ਰਿਹਾ, ਅਗਰ ਹਾਲਾਤ ਠੀਕ ਹੁੰਦੇ ਤੇ ਸ਼ਾਇਦ ਉਹਨਾਂ ਦੀ ਪੜ੍ਹਾਈ ਪੂਰੀ ਹੁੰਦੀ, ਅੱਜ ਅੱਛੀ ਨੌਕਰੀ ਤੇ ਲੱਗੇ ਹੁੰਦੇ, ਸਭ ਕੁਝ ਜ਼ਿੰਦਗੀ ਵੀ ਸਹੀ ਹੁੰਦੀ। ਤੇ ਪੜ੍ਹਾਈ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਹੈਲਪ ਉਦੋਂ ਤੋਂ ਲੈ ਕੇ ਹੁਣ ਤੱਕ ਕਦੇ ਕਿਸੇ ਸਰਕਾਰ ਵੱਲੋਂ ਆਫਰ ਕੀਤੀ ਗਈ? ਆਫਰ ਤੇ ਆਈ ਸੀ, ਲੇਕਿਨ ਸਾਡੇ ਬੱਚੇ, ਮੇਰਾ ਛੋਟਾ ਭਰਾ ਸੀ ਨਾ, ਉਹ ਮੰਮੀ ਨਾਲ ਰਹਿੰਦਾ ਸੀ, ਤੇ ਉਹਨੇ ਨਾ ਆਪ ਕੰਮ ਕੀਤਾ ਤੇ ਨਾ ਸਾਨੂੰ। ਫਿਰ ਉਹਨਾਂ ਨੇ ਸਾਡੀ ਮੰਮੀ ਦੀ ਇੱਕ ਪੈਨਸ਼ਨ ਲਾਤੀ 1000 ਰੁਪਇਆ। 1000 ਰੁਪਏ ਨਾਲ ਕੀ ਬਣਦਾ? ਉਸ ਤੋਂ ਬਾਅਦ ਜਿਹੜਾ ਫੰਡ ਮਿਲਿਆ ਇਹੀ ਮਿਲਿਆ ਬਸ। ਤੇ ਹੁਣ ਉਹ ਨਾ ਨੌਕਰੀ ਮਿਲਦੀ ਵੀ ਨਾ ਕੁਛ। ਕਿਸਮਤ, ਮੈਂ ਚਲ ਸਾਡੇ ਕਿਸੇ ਮੇਰੇ ਮੁੰਡੇ ਨੂੰ ਦੇ ਦਿੰਦੇ, ਕਿਸੇ ਹੋਰ ਨੂੰ ਦੇ ਦਿੰਦੇ, ਪਰਿਵਾਰ ਦਾ ਬੰਦਾ ਹੀ ਸੀ ਸਾਰੇ। ਤੇ ਉਹ ਨਹੀਂ, ਉਹਨਾਂ ਨਾਲ ਚਲੋ ਜੋ ਹੋਇਆ ਠੀਕ ਹੈ, ਬਾਕੀ ਅੱਗੇ ਜੋ ਮਾਰ। ਯਾਨੀ ਤੁਹਾਡਾ ਮੰਨਣਾ ਹੈ ਕਿ ਅਗਰ ਉਸ ਤੋਂ ਬਾਅਦ ਜੋ ਵੀ 84 ਦਾ ਕਤਲੇਆਮ ਹੋਇਆ, ਜਿਨ੍ਹਾਂ ਪਰਿਵਾਰਾਂ ਦੇ ਲੋਕ ਚਲੇ ਗਏ, ਜਿਨ੍ਹਾਂ ਦੇ ਘਰ ਬਰਬਾਦ ਹੋ ਗਏ, ਅਗਰ ਇੱਕ ਪਰਿਵਾਰ 'ਚ ਇੱਕ ਬੰਦੇ ਨੂੰ ਵੀ ਨੌਕਰੀ ਦੇ ਦਿੱਤੀ ਗਈ ਹੁੰਦੀ ਤਾਂ ਅੱਜ ਇਹ ਹਾਲਾਤ ਨਹੀਂ ਹੁੰਦੇ? ਹਾਂਜੀ ਹਾਂਜੀ, ਬਿਲਕੁਲ ਠੀਕ ਹੈ। ਇੱਕ ਅੱਧੇ ਹੁਣ ਦੇਖੋ, ਕਿਸੇ ਮਿਨਿਸਟਰ ਦਾ ਕਿਸ ਤਰ੍ਹਾਂ ਦਾ ਵੀ ਬੰਦਾ ਕੋਈ ਮਰ ਜਾਂਦਾ ਤੇ ਉੱਥੇ ਨੌਕਰੀ ਮਿਲਦੀ ਹੈ, 2-2 ਘਰ ਦੇ ਬੰਦਿਆਂ ਨੂੰ ਵੀ ਦਿੰਦੀ ਆ। ਉਹਦਾ ਕਤਲੇਆਮ ਹੋ ਰਿਹਾ ਤੇ ਇੱਥੇ ਸਾਰੀ ਦੁਨੀਆ ਦਾ ਕਤਲੇਆਮ ਕੀਤਾ, ਸਿੱਖਾਂ ਦਾ ਪੂਰੇ, ਕਿਸੇ ਨੂੰ ਨੌਕਰੀ ਮਿਲੀ ਨਹੀਂ। ਕਿੱਥੋਂ ਮਿਲੀ ਨੌਕਰੀ? ਕਿਸੇ ਨੇ ਦਿੱਤੀ ਆ? ਕੋਈ ਕਿੰਨੀ ਸਰਕਾਰਾਂ ਆ ਗਈਆਂ, BJP, ਕਾਂਗਰਸ, ਆਮ ਪਾਰਟੀ ਆਈ ਹੋਈ ਹੈ, ਕਿਸੇ ਨੇ ਦਿੱਤਾ ਕੁਝ ਨੌਕਰੀ? ਸਿੱਖਾਂ ਵਾਸਤੇ ਤਾਂ ਹੈ ਹੀ ਕੁਛ ਨਹੀਂ ਇੱਥੇ। ਸਿੱਖਾਂ ਦਾ ਨਾਂ ਹੀ ਹੈ, ਸਿੱਖਾਂ ਦੀ ਸ਼ਹੀਦੀਆਂ ਨੇ ਬਸ। ਸ਼ਹੀਦੀਆਂ ਦੇ ਸਿਰ 'ਤੇ ਕੰਮ ਕਰ ਰਹੇ ਨੇ, ਸ਼ਹੀਦੀਆਂ ਦੇ ਨਾਂ ਕਮਾਈ ਕਰ ਰਹੇ ਨੇ। ਤੇ ਸਿੱਖਾਂ ਪਰ ਕੋਈ ਨਹੀਂ। ਸਿੱਖ ਕਿੰਨੇ ਬੈਠੇ ਹੋਏ ਨੇ ਜੇਲ੍ਹਾਂ 'ਚ, ਉਹਨਾਂ ਨੂੰ ਰਿਹਾ ਨਹੀਂ ਕਰਨ ਦੇ, ਉਹਨਾਂ ਦੀ ਸਜ਼ਾ ਹੀ ਪੂਰੀ ਹੋ ਗਈ ਹੈ। ਕਿਉਂ? ਇਹ ਕੀ ਇਨਸਾਫ ਹੈ? ਮੈਂ ਮਹਿੰਦਰ ਸਿੰਘ ਸਨ ਆਫ ਗੁਰਦਿਆਲ ਸਿੰਘ, ਸ਼ਾਸਤਰੀ ਨਗਰ, 1652। ਅਸੀਂ ਉੱਥੇ ਰਹਿੰਦੇ ਸੀਗੇ। ਜਦੋਂ ਸਾਨੂੰ ਪਤਾ ਲੱਗਿਆ ਵੀ ਇਸ ਤਰ੍ਹਾਂ ਮਤਲਬ ਕਿ ਹੋ ਗਿਆ ਕਾਂਡ, ਅਸੀਂ ਗੁਲਾਬੀ ਬਾਗ ਸੀਗੇ। ਗੁਲਾਬੀ ਬਾਗ ਸਾਡਾ ਕਾਰੋਬਾਰ ਸੀ ਟਰੱਕਾਂ ਦਾ, ਮਿਸਤਰੀਆਂ ਵਾਲਾ ਅਸੀਂ ਕੰਮ ਕਰਦੇ ਸੀਗੇ। ਉੱਥੋਂ ਫਿਰ ਜਿਉਂ ਮਤਲਬ ਕਿ ਆਉਣ ਲੱਗੇ, ਪਬਲਿਕ ਇਕੱਠੀ ਹੋ ਗਈ, ਸਾਡਾ ਸਮਾਨ ਸਾਰਾ ਚੁੱਕ ਕੇ ਲੈ ਗਏ, ਜੋ ਕੁਝ ਵੀ ਸਾਡਾ ਹਥਿਆਰ ਸੀ, ਹੋਰ ਸੀ। ਸਾਡੇ ਪਿੱਛੇ ਪਬਲਿਕ ਇੰਨੀ ਪੈ ਗਈ, ਮਤਲਬ ਕਿ 2000 ਤੋਂ ਵੀ ਉੱਪਰ ਬੰਦਾ ਹੋਏਗਾ। ਅਸੀਂ ਫਿਰ ਉੱਥੋਂ ਨਿਕਲ ਕੇ ਗੁਲਾਬੀ ਬਾਗ ਦੇ ਵਿੱਚ ਕੁਆਟਰਾਂ ਦੇ ਪਿਛਲੇ ਪਾਸੇ ਬਾਗ ਸੀ, ਅਸੀਂ ਉਹਦੇ ਵਿੱਚ ਲੁਕੇ। ਅਸੀਂ 6 ਜਾਣੇ ਸੀਗੇ। ਫਿਰ ਅਸੀਂ ਰਾਤ ਨੂੰ 8 ਵਜੇ ਨਿਕਲ ਕੇ ਫਿਰ ਅਸੀਂ ਭਾਰਤ ਨਗਰ ਆਏ। ਭਾਰਤ ਨਗਰ ਤੋਂ ਫਿਰ ਜਦੋਂ ਸ਼ਾਸਤਰੀ ਨਗਰ ਵੜੇ, ਪਿਸਤੌਲ ਲੈ ਕੇ ਮੇਰੇ ਪਿੱਛੇ ਪੈ ਗਏ ਬੰਦੇ। ਮੈਂ ਭੱਜ ਕੇ ਅੰਦਰ ਵੜਿਆ। ਉਸ ਟਾਈਮ ਮੇਰੇ 2 ਚਾਚੇ ਸਾਡੇ ਘਰ ਮੇ ਮਾਰ ਦੀਏ ਸੀ, ਅਤੇ ਮੈਂ ਅੰਦਰ ਵੜ ਗਿਆ ਅਤੇ ਅੰਦਰੋਂ ਮੇਰੇ ਘਰਦੇ ਨੇ ਕੁੰਡਾ ਲਾ ਲਿਆ ਅਤੇ ਕਹਿੰਦੀ ਤੇਰਾ ਸਿਰ ਜਾਣੇ ਕਿ ਮਤਲਬ ਕਿ ਕੇਸ ਕਤਲ ਕਰ ਦਿੰਦੇ ਆ। ਮੈਂ ਕਿਹਾ ਕੇਸ ਨਹੀਂ ਕਤਲ ਕਰਾਉਣੇਗੇ। ਉਸ ਤੋਂ ਬਾਅਦ ਅਸੀਂ ਮਤਲਬ ਕਿ ਜਦੋਂ ਰਾਤ ਨੂੰ ਹਨੇਰੇ ਹੋਏ ਨਿਕਲੇ ਆ, ਸਾਨੂੰ ਪਬਲਿਕ ਪੈਂਦੀ ਸੀ, ਬੂਹੇ ਭੰਨਦੇ ਸੀਗੇ, ਦਰਵਾਜ਼ੇ, ਅਤੇ ਲੂਟ ਪੂਟ ਕਰੀ ਜਾਂਦੇ ਸੀਗੇ। ਅਸੀਂ ਫਿਰ ਉਹ ਮਤਲਬ ਕਿ ਸਾਡੀ ਜਿਹੜੀ ਘਰ ਦੇ ਉਹ ਤਾਂ ਚਲੇ ਗਏ। ਮੈਂ ਉਹ 7-8 ਮਕਾਨ ਪਾਰ ਕਰਕੇ ਦੂਜੀ ਮੰਜ਼ਿਲ ਤੋਂ ਛਾਲ ਮਾਰ ਕੇ ਫਿਰ ਮੈਂ ਨਿਕਲ ਕੇ ਜਿੱਥੇ ਸਾਡੇ ਸਾਰੇ ਆਦਮੀ ਇਕੱਠੇ ਰਹਿੰਦੇ ਸੀਗੇ, ਨਾਲਾ ਪਾਰ ਕਰਕੇ ਫਿਰ ਅਸੀਂ ਉੱਥੇ ਜਾ ਕੇ ਚਲੇ ਗਏ। ਫਿਰ ਮਤਲਬ ਕਿ ਸਾਡਾ ਬਹੁਤ ਹੀ ਜਾਣੀ ਕਿ ਨੁਕਸਾਨ ਹੋਇਆ। ਅਤੇ ਉਸ ਤੋਂ ਬਾਅਦ ਸਾਡਾ ਮਕਾਨ ਸੀ ਆਪਣਾ 100 ਗਜ ਦਾ। ਅਸੀਂ ਡਰਦੇ ਫਿਰ ਪੰਜਾਬ ਚਲੇ ਗਏ। ਫਿਰ 2-3 ਮਹੀਨਿਆਂ ਬਾਅਦ ਆਏ, ਸਾਨੂੰ ਕਹਿੰਦੇ ਮਕਾਨ ਵੇਚਣਾ, ਮਕਾਨ ਵੇਚਣਾ, ਅਤੇ ਸਾਨੂੰ ਕੁਛ ਨਹੀਂ ਦਿੱਤਾ ਉਹਨਾਂ ਨੇ। ਮਤਲਬ ਕਿ ਮਕਾਨ ਘੱਟੋ ਘੱਟ ਵੀ 7 ਲੱਖ ਦਾ ਹੋਏਗਾ, ਜਿਹੜਾ ਸਾਨੂੰ 2 ਲੱਖ ਰੁਪਇਆ ਦਿੱਤਾ ਉਹਨੇ। ਕਿਹਨੇ ਖਰੀਦਿਆ ਸੀ ਤੁਹਾਡਾ ਮਕਾਨ? ਹਾਂਜੀ, ਕਿਹਨੇ ਖਰੀਦਿਆ ਸੀ ਮਕਾਨ? ਕਿਹਨੂੰ ਵੇਚਿਆ ਸੀ? ਉਹ ਰਾਜਸਥਾਨ ਦੇ ਸੀ, ਕੁਵਾੜਗੇ, ਉਹਨਾਂ ਨੇ ਖਰੀਦਿਆ ਸੀਗਾ। ਯਾਨੀ ਉਹ ਬੁਰੇ ਵਕਤ ਦਾ ਤੁਹਾਡੇ ਤੋਂ ਹਾਂ, ਜੋ ਫਾਇਦਾ ਠਾ ਕੇ। ਜੀ। ਤੁਸੀਂ ਪੰਜਾਬ ਚਲੇ ਗਏ ਸੀ ਫਿਰ? ਹਾਂ, ਪੰਜਾਬ ਚਲੇ ਗਏ ਸੀ। ਸਾਡਾ ਜੀਰਾ ਫਿਰੋਜ਼ਪੁਰ ਆ, ਅਸੀਂ ਉੱਥੇ ਆਪਦੇ ਪਿੰਡ ਚਲੇ ਗਏ ਸੀ। ਫਿਰ ਅਸੀਂ 4-5 ਮਹੀਨਿਆਂ ਬਾਅਦ ਅਸੀਂ ਜਦੋਂ ਠੰਡ ਠੰਡਾਇਆ, ਉਦੋਂ ਫਿਰ ਅਸੀਂ ਇੱਥੇ ਆਏ। ਜਾਣੀ ਕਿ ਮਤਲਬ ਕਿ ਬਹੁਤ ਹੀ, ਮੇਰੀ ਦਾਦੀ ਸੀ, ਮੇਰੀ ਬੀਬੀ ਮਾਂ ਜਿਹਨੂੰ ਬੋਲਦੇ ਆ, ਮੇਰਾ ਮੁੰਡਾ ਸੀ 7 ਸਾਲ ਦਾ, ਸਾਹਮਣੇ ਧੋਬੀਆਂ ਦਾ ਘਰ ਸੀ,
ਉਸ ਰਾਤ 2 ਰਾਤਾਂ ਅਸੀਂ ਉਹਨਾਂ ਦੀ ਮੰਜੀ ਦੇ ਥੱਲੇ ਸਾਡੇ ਬਜ਼ੁਰਗ ਪਏ। ਅਸੀਂ ਪਹਿਲਾਂ ਪਾਕਿਸਤਾਨ ਤੋਂ ਆਏ ਸੀ, ਮਾਤਾ ਨੂੰ ਪਤਾ ਨਹੀਂ ਸੀ, ਤੇ ਉਹ ਕਹਿੰਦੇ ਵੀ ਆ ਗਏ ਫਿਰ ਆ ਗਏ ਮਾਰਨ ਵਾਸਤੇ, ਫਿਰ ਆ ਗਏ। ਮੇਰੀ ਦਾਦੀ ਤੇ ਮੇਰੀ ਬੀਬੀ, ਮਾਂ ਮੇਰੀ ਤੇ ਮੇਰਾ ਮੁੰਡਾ, ਅਸੀਂ ਧੋਬੀਆਂ ਦੇ ਘਰੇ ਸਾਹਮਣੇ ਸਾਨੂੰ ਉਹਨਾਂ ਨੇ ਰੱਖਿਆ। ਫਿਰ ਅਸੀਂ ਤੀਸਰੇ ਦਿਨ ਉੱਥੋਂ ਨਿਕਲ ਕੇ ਜਿੱਥੇ ਸਾਡੇ ਜ਼ਿਆਦੇ ਬੈਠੇ ਸੀ ਆਦਮੀ, ਅਸੀਂ ਉੱਥੇ ਸੀ ਪਰ ਚਲੇ ਗਏ। ਜਾਣੀ ਕਿ ਮਤਲਬ ਕਿ ਬਹੁਤ ਬੁਰਾ ਹੋਇਆ, ਬਹੁਤ ਬੁਰਾ ਹੋਇਆ। ਭਾਰਤ ਨਗਰ ਆਇਆ 2000 ਬੰਦਾ ਖੜਾ ਸੀਗਾ। ਮੇਰੀ ਕਿਸਮਤ ਚੰਗੀ, ਮੈਂ ਉਹਨੂੰ ਪੁੱਛਦਾ ਸ਼ਾਸਤਰੀ ਨਗਰ ਲੜਾਈ ਤਾਂ ਨਹੀਂ ਹੁੰਦੀ, ਤੇ ਉਹ ਚੁੱਪ ਕਰ ਗਏ। ਫਿਰ ਬਸ ਅਕਾਲ ਪੁਰਖ ਦੀ ਕਿਰਪਾ ਹੋਈ ਭਗਵਾਨ ਦੀ, ਤੇ ਮੈਂ ਫਿਰ ਉੱਥੋਂ ਨਿਕਲ ਕੇ ਘਰ ਨੂੰ ਗਿਆ, ਤੇ ਘਰ ਪਿੱਛੇ ਮੇਰੇ ਪਿਸਤੌਲ ਲੈ ਕੇ ਫਿਰ ਪੈ ਗਏ ਜਿਹੜੇ ਫਿਰਦੇ ਸੀ ਹਲ ਕਰਦੇ ਉੱਥੇ। ਫਿਰ ਉਸ ਤੋਂ ਬਾਅਦ ਬਸ ਜੋ ਹੋਇਆ ਤੁਹਾਨੂੰ ਪਤਾ ਹੀ ਸਭ ਨੂੰ। ਤੇ ਉਸ ਟਾਈਮ ਤੋਂ ਲੈ ਕੇ ਅੱਜ 38 ਸਾਲ ਹੋ ਗਏ। 38 ਸਾਲਾਂ 'ਚ ਤੁਹਾਡੀ ਜ਼ਿੰਦਗੀ 'ਚ ਕਿਸ ਤਰ੍ਹਾਂ ਦਾ ਬਦਲਾਅ ਆਇਆ? ਬਦਲਾਓ ਜੀ, ਮੈਂ ਤੁਹਾਨੂੰ ਸਹੀ ਗੱਲ ਦੱਸਦਾ, ਸਾਨੂੰ ਕੋਈ ਡਰ ਨਹੀਂ ਕਿਸੇ ਦਾ। ਮਤਲਬ ਕਿ ਅਸੀਂ ਆਪਦੇ ਆਪ ਨੂੰ ਨਾ ਇੱਥੇ ਨਹੀਂ ਸਮਝਦੇ, ਸੁਰੱਖਿਆ ਨਹੀਂ ਸਮਝਦੇ ਅਸੀਂ। ਨਾ ਹਾਲੇ ਵੀ ਡਰ ਲੱਗਦਾ ਤੁਹਾਨੂੰ? ਡਰ ਲੱਗਦਾ ਬਿਲਕੁਲ ਡਰ ਲੱਗਦਾ। ਕਿਉਂ 8 ਜਗ੍ਹਾ ਤੋਂ ਬਚਣਾ, ਤੀਜੀ ਮੰਜ਼ਿਲ ਤੋਂ ਛਾਲ ਮਾਰਨੀ, ਪਿੱਛੇ ਤੁਹਾਨੂੰ ਪਤਾ ਹੀ। ਫਿਰ ਤੇ ਜਿਹੜੇ ਹਾਲੇ ਵੀ ਮੁਕੱਦਮੇ ਚੱਲ ਰਹੇ ਨੇ, ਤੁਹਾਨੂੰ ਕੁਝ ਉਹਨਾਂ ਨਾਲ ਕੁਝ ਨਹੀਂ, ਸਾਨੂੰ ਜੀ ਕੁਛ ਨਹੀਂ ਮਿਲਿਆ ਜੀ, ਸਾਨੂੰ ਬਿਲਕੁਲ ਹੀ ਕੋਈ ਮਦਦ ਪੈਸੇ ਵਾਈਜ਼ ਨਾ ਜੀ, ਨਾ ਕੁਛ ਨਹੀਂ ਮਿਲਿਆ, ਕੱਖ ਨਹੀਂ ਮਿਲਿਆ, ਕੱਖ ਵੀ। ਜਾਂ ਫਿਰ ਕੋਈ ਬੱਚਿਆਂ ਦੀ ਪੜ੍ਹਾਈ ਵਾਸਤੇ ਕਿਸੇ ਨੇ ਹੈਲਪ ਨਹੀਂ ਜੀ, ਨਹੀਂ ਕੁਛ ਨਹੀਂ ਮਿਲਿਆ ਬਿਲਕੁਲ। ਤੁਹਾਡੇ ਬੱਚਿਆਂ ਨੇ ਪੜ੍ਹਾਈ ਕੀਤੀ? ਹਾਂ ਜੀ, ਪੜ੍ਹਾਈ ਬਸ ਉਹ ਜ਼ਿਆਦਾ ਨਹੀਂ ਇੰਨੀ ਕੀਤੀ ਗਈ, ਮਤਲਬ ਕਿ ਚਲੋ ਕੁਛ ਨੇ 10 ਕਿਸੇ ਨੇ 12, ਬਸ ਇੰਨੀ ਕੀਤੀ। ਤੇ ਤੁਸੀਂ ਕੀ ਕਹਿਣਾ ਚਾਹੋਗੇ, ਅਗਰ ਉਹ ਕਤਲੇਆਮ ਨਹੀਂ ਹੋਇਆ ਹੁੰਦਾ ਤਾਂ ਜੇ ਜ਼ਿੰਦਗੀ ਅੱਜ ਕਤਲੇਆਮ ਹੋਇਆ ਹੁੰਦਾ ਤੇ ਸਾਡੀ ਦਿਨ ਦੁੱਗਣੀ ਰਾਤ ਚੌਗੁਣੀ ਮਿਹਨਤ ਕਰਦੇ ਸੀਗੇ ਅਸੀਂ, ਆਪਦੀ ਦਸਤਕਾਰੀ, ਕਿਰਤੀ ਬੰਦੇ, ਕਿਰਤ ਕਰਨ ਵਾਲੇ। ਹਾਂਜੀ, ਤੇ ਟਰੱਕਬਾਡੀ ਦਾ ਸਾਡਾ ਕੰਮ ਸੀ, ਗਲਾਈ ਬਾਗ, ਤੇ ਮਤਲਬ ਕਿ ਜੋ ਹੋਇਆ ਬਸ ਇਸ ਤਰ੍ਹਾਂ ਹੀ। ਸਤਿ ਸ਼੍ਰੀ ਅਕਾਲ, ਮੇਰਾ ਨਾਮ ਗੁਰਬਖਸ਼ ਸਿੰਘ ਹੈ ਜੀ। ਮੈਂ 84 ਰਾਈਡ ਦਾ ਵਿਕਟਿਮ ਹਾਂ। ਉਸ ਵੇਲੇ 84 ਰਾਈਡਸ ਵਿੱਚ ਮੈਂ ਡਾਬੜੀ ਰਹਿੰਦਾ ਸੀ। ਡਾਬੜੀ ਪੰਖਾ ਰੋਡ 'ਤੇ ਉਹ ਨਵੀਂ ਕਲੋਨੀ ਡਿਵੈਲਪ ਹੋ ਰਹੀ ਸੀਗੀ, ਅਤੇ ਅਸੀਂ ਕੰਮ ਕਰਨ ਵਾਸਤੇ ਨਿਕਲੇ ਉੱਥੋਂ ਘਰੋਂ। ਮੈਂ ਉਸ ਵੇਲੇ ਕਰੋਲ ਬਾਗ ਥਾਣੇ ਸਾਹਮਣੇ ਬਾਬਾ ਗਲਾਸ ਹੈ, ਮੈਂ ਉੱਥੇ ਕੰਮ ਕਰਦਾ ਸੀ। ਮੈਂ ਕਿਹਾ ਵੀ ਸਾਨੂੰ ਕੀ ਲੈਣਾ ਦੇਣਾ, ਅਸੀਂ ਆਪਣੀ ਦਿਹਾੜੀ ਵਾਸਤੇ ਨਿਕਲੇ। तो बाहर मोड़ तक आए तो कहते सरदारों की पगड़ियाँ जला रहे हैं, ये कर रहे हैं, वो कर रहे हैं। और पुलिस वाले ने सानू कर वखरे करके बाद साढ़े ते घरां ते वखरे वखरे अटैक किए। उत्थे उस टाइम बड़े बंदे मरे। मैं जिस घर में छुपया सीगा, मैं दैट टाइम मैं अपने वाल क्लीन शेव होया। उस वक्त मेरे को फोटो, मेरे को प्रूफ भी है 84 इयर्स का। मेरी वाइफ की डिलीवरी का टाइम सीगा बिल्कुल एकदम। उस तो बाद 8 नवंबर मेरे घर बच्चे ने जन्म लिया। मतलब कि असी इन्ने परेशान सीगे, सानू अज तक उतों 1 रुपया नहीं। अगर असी लिखवाण गए कंप्लेंट लिखवाण गया, कहते जी कंप्लेंट नहीं लिखांगे तो टाइम हो गया, ये हो गया। सानू अज तक किसी ने 1 रुपया भी नहीं दिता। असी तो पहले 47 दे जुड़े आए थे, साढ़े अगों आए तो उस तो बाद हुण ये उस तो भी बुरा हाल हो गया साडा। तो मैं जिहदे घर छुपिया सीगा उस लेडीज़ के घर बाई चांस वाइट वाशिंग हो रही सी। उन्हें मेरे हाथ कुचा फड़ाता तो कहते तू कोई आए तो वाइट वाशिंग करने लग जाए। कोई आंदा सी राती शोर पाते थे लोग, कहते थे जिन्हें छुपा रखा हम उसको भी नहीं छोड़ेंगे। तो उस पीरियड जो जवान मेरे नाल किसी होर 2 घर के बच्चे से 3-4, तो वो भी बेचारे डर डर के उन्होंने पेरेंट्स तो उन्होंने मतलब करता सी खत्म। एक मैं साडा एक्चुअली गुरुद्वारे दे नाल टच होंदा घर सीगा, बाउंड्री वाल साडी गुरुद्वारे दी बिल्कुल टच होंदी नाल सीगी। तो गुरुद्वारे दे भाई नूं किधर कहा भी सरदार आ गए, सरदार आ गए, सरदार आ गए। वो बेचारा बाहर निकलिया, उन्हें तेज सिर ते मारिया 2 टुकड़े करके, कच्चा ही मतलब जिस तरह से डेड बड़ी नाले सुट के उन्होंने अग लगा दी उन्होंने। उस तो बाद किसी सरकार ने, किसी लीडर ने कोई हेल्प की? सरकार ने किसी बंदे ने सानू कोई भी, असी अज भी हेल्पलैस बैठे हैं। कुछ नहीं आज तक 1 रुपया इवन ने सिंगल पैसा भी सानू कुछ नहीं मिला। ना कोई कुछ, ना कोई पैसा, ना कोई तेला, ना कोई रहन सहन का ठिकाना।
ਹੁਣ ਅਸੀਂ ਰਹਿੰਦੇ ਤੇ ਪਏ ਹਾਂ ਪਰ ਕਿਸੇ ਦੀ ਜਗ੍ਹਾ 'ਚ ਨਾ ਆਪਣੀ ਹੈ ਨਾ ਕਿਰਾਏ ਦੀ ਹੈ। ਅੱਜ ਵੀ ਰਹਿ ਰਹੇ ਹਾਂ ਮਗਰ ਉੱਥੇ ਉਹ ਜਗ੍ਹਾ ਨਾ ਆਪਣੀ ਵੀ ਨਹੀਂ ਆ, ਉਹ ਕਿਸੇ ਵੱਲ ਅਗਲੇ ਬੰਦੇ ਫੌਰਨ ਨੇ ਕਿਸੇ ਵੱਲ ਵੀ ਕਰ ਸਕਦੇ ਨੇ, ਸਾਨੂੰ ਉਹਦੀ ਜਗ੍ਹਾ ਤੇ ਅਗਲੇ ਉਹਨਾਂ ਦੀ ਹੈ। ਤੇ ਇਹਨਾਂ 38 ਸਾਲਾਂ 'ਚ ਕਿਸ ਤਰ੍ਹਾਂ ਦਾ ਬਦਲਾਅ ਤੁਹਾਡੀ ਜ਼ਿੰਦਗੀ 'ਚ ਆਇਆ? 38 ਸਾਲਾਂ 'ਚ ਦੇਖੋ ਜੀ ਅਸੀਂ ਫਿਰ ਦੁਬਾਰਾ ਤਾਂ ਮਿਹਨਤ ਕੀਤੀ, ਸਟਰਗਲ ਕੀਤੀ, ਆਪਣੇ ਬੱਚਾ ਨਾਲ ਮਿਲ ਗਿਆ, ਉਹਦੇ ਨਾਲ ਮਿਲ ਕੇ ਫਿਰ ਅਸੀਂ ਪੈਰਾਂ 'ਤੇ ਸਟੈਂਡ ਆਪ ਹੋਏ ਹਾਂ। ਬਾਅਦ 'ਚ ਆਪਣੀ ਮਿਹਨਤ ਕਰ ਕਰਕੇ ਇਸ ਮੁਕਾਮ ਤੱਕ ਪਹੁੰਚਿਆ। ਹੁਣ ਦੇਣ ਜਾਂ ਨਾ ਦੇਣ ਹੁਣ ਸਾਨੂੰ ਕੋਈ ਫਰਕ ਨਹੀਂ ਪੈਂਦਾ। ਹੁਣ ਅਸੀਂ ਜੇ ਆਪਣਾ ਟਾਈਮ ਉਸ ਵੇਲੇ ਨਹੀਂ ਮਿਲਿਆ, ਜਿਸ ਵੇਲੇ ਰੋਟੀ ਦੀ ਭੁੱਖ ਹੈ ਉਸ ਵੇਲੇ ਰੋਟੀ ਨਾ ਮਿਲੇ ਤਾਂ ਬਾਅਦ 'ਚ ਰੋਟੀ ਦੇਣ ਦਾ ਤਾਂ ਕੋਈ ਫਾਇਦਾ ਨਹੀਂ। ਜਦੋਂ ਰੋਟੀ ਸਾਨੂੰ ਭੁੱਖ ਲੱਗੀ, ਭੁੱਖੇ ਨੂੰ ਰੋਟੀ ਤਾਂ ਉਸ ਵੇਲੇ ਫਾਇਦਾ, ਤਾਂ ਸਾਨੂੰ ਉਸ ਵੇਲੇ ਅਗਰ ਇਮਦਾਦ ਦਿੰਦੇ ਤਾਂ ਸਾਨੂੰ ਕੁਝ ਫਾਇਦਾ ਹੁੰਦਾ। ਕਿ ਸਾਨੂੰ ਉਸ ਵੇਲੇ ਕਿਸੇ ਨੇ ਕੁਝ ਨਹੀਂ ਪੁੱਛਿਆ। ਜਿੱਥੇ ਜਾਓ ਜਿੱਥੇ ਉੱਥੇ ਲੋਕ ਉਲਟੀਆਂ ਸਿੱਧੀਆਂ ਗੱਲਾਂ ਨਾਲ ਵੱਖਰੇ ਕਰਦੇ ਸੀਗੇ, ਫਲਾਣੇ ਹੋ ਗਏ ਜੀ ਤੁਸੀਂ 2 in 1 ਹੋ ਗਏ, ਤੁਹਾਨੂੰ ਡਬਲ ਫਾਇਦਾ ਹੋ ਗਿਆ, ਜੋ ਹੋ ਗਿਆ, ਮਤਲਬ ਲੋਕ ਗੱਲਾਂ ਵੱਖਰੀਆਂ ਕਰਦੇ ਸੀ ਨਾਲ ਇਹੋ ਜਿਹੀਆਂ। ਫਿਰ ਬੜੀ ਮੁਸ਼ਕਿਲ ਨਾਲ ਮੈਂ ਉੱਥੋਂ 1 ਤਰੀਕ ਉੱਥੋਂ ਨਿਕਲ ਕੇ ਆਇਆ। 1 ਤਰੀਕ 31 1 ਔਰ 2 ਮੈਂ ਨਿਕਲ ਗਿਆ ਉੱਥੋਂ। ਫਿਰ ਮੈਨੂੰ ਕੋਈ ਲੜਕੀ, ਕੋਈ ਪੁਲਿਸ ਵਾਲੇ ਦੀ ਲੜਕੀ ਸੀ ਉੱਥੇ, ਉਹ ਮੈਨੂੰ ਕੱਢ ਗਈ ਕਿਉਂ ਮੈਨੂੰ ਥੋੜ੍ਹੀ ਹਰਿਆਣਾ ਭਾਸ਼ਾ ਬੋਲਣੀ ਆਉਂਦੀ ਸੀ। ਉਹਨੇ ਮੈਨੂੰ ਕਿਹਾ, ਕਹਿੰਦੀ ਮੈਂ ਤੈਨੂੰ ਐਸੇ ਐਸੇ ਇਸ਼ਾਰਾ ਕਰੂੰਗੀ ਤਾਂ ਤੂੰ ਨਿਕਲ ਜਾਈਓ। ਉਹ ਫਿਰ ਮੈਨੂੰ ਕੱਢ ਕੇ ਸਾਹਮਣੇ ਜਨਕਪੁਰੀ DDA ਫਲੈਟ ਵਿੱਚ ਮਕਾਨ ਪਏ ਸੀ ਖਾਲੀ, ਉੱਥੇ ਫਿਰ ਮੈਂ ਆਪਣੀ ਵਾਈਫ ਨੂੰ ਛੋੜਿਆ। ਮੇਰੀ ਵਾਈਫ ਆਪੇ ਚਲੀ ਗਈ। ਉੱਥੇ ਕਿਸੇ ਬੰਦੇ ਨੇ ਉਹਨੂੰ ਮਤਲਬ 100 ਰੁਪਏ ਦਿੱਤਾ। 100 ਰੁਪਏ ਦਿੱਤਾ। ਇਹ ਜਿਹੜਾ ਬੱਚਾ ਉਸ ਵੇਲੇ ਉਹਦਾ ਬਰਥ ਹੋਣ ਵਾਲਾ ਸੀ। ਇਹ 8 ਤਰੀਕ ਫਿਰ ਮੇਰੇ ਘਰ ਬੱਚੇ ਨੇ ਜਨਮ ਲਿਆ। ਉਸ ਤੋਂ ਬਾਅਦ ਚਲੋ ਹੁਣ ਠੀਕ ਹੈ। ਹੁਣ ਅਸੀਂ ਆਪਣੀ ਮਿਹਨਤ ਕਰਕੇ ਅਸੀਂ ਇਸ ਲੈਵਲ ਤੱਕ ਆ ਗਏ। ਹਾਲੇ ਕੋਈ ਆਸ ਹੈ ਤੁਹਾਨੂੰ ਕਿਸੇ ਸਰਕਾਰ ਤੋਂ, ਕਿਸੇ ਸਿੱਖ ਲੀਡਰ ਤੋਂ? ਹੁਣ ਸਾਨੂੰ ਕੋਈ ਆਸ ਨਹੀਂ। ਹੁਣ ਨਾ ਦੇਣ, ਮੈਂ ਤਾਂ ਕਹਿਣਾ ਹੁਣ ਸਾਡਾ ਪੇਟ ਭਰਿਆ ਤਾਂ ਪੇਟ ਭਰੇ ਨੂੰ ਕੀ ਕਰਨਾ ਸੀ। ਹੁਣ ਜਦੋਂ ਲੋੜ ਸੀ ਉਦੋਂ ਭੁੱਖੇ ਸੀ ਤਾਂ ਉਦੋਂ ਤਾਂ ਇਹਨਾਂ ਨੇ ਕੁਝ ਦਿੱਤਾ ਨਹੀਂ। ਬਈ ਦੇਖਦੇ ਜਿਹਦੀ ਰਿਕੁਆਇਰਮੈਂਟ ਹੈ ਉਹਨੂੰ ਦਿੰਦੇ, ਜਿਹਦੀ ਨਹੀਂ ਰਿਕੁਆਇਰਮੈਂਟ ਉਹਨਾਂ ਨੂੰ ਦੇਤਾ, ਜਿਹੜਾ ਰਿਕੁਆਇਰਮੈਂਟ ਸੀ ਉਹਨਾਂ ਨੂੰ ਕੁਝ ਮਿਲਿਆ ਨਹੀਂ। ਅਗਰ ਸਹੀ ਸਮੇਂ ਤੇ ਹੈਲਪ ਮਿਲ ਜਾਂਦੀ ਤਾਂ ਕਿਸ ਤਰ੍ਹਾਂ ਦੀ ਜ਼ਿੰਦਗੀ ਹੁੰਦੀ ਤੁਹਾਡੀ ਅੱਜ? ਦੇਖੋ ਜੀ ਉਸ ਵੇਲੇ ਤਾਂ ਫਿਰ ਅਗਰ ਕੁਝ ਮਿਲਿਆ ਹੁੰਦਾ ਤਾਂ ਉਹਦਾ ਐਕਸਪਲੇਨੇਸ਼ਨ ਤਾਂ ਹੀ ਕਰ ਸਕਦਾ ਸੀ ਨਾ ਮੈਂ। ਹੁਣ ਨਹੀਂ ਮਿਲਿਆ ਤਾਂ ਤੁਹਾਨੂੰ ਮੈਂ ਦੱਸ ਰਿਹਾ ਕਿ ਇਸ ਤਰ੍ਹਾਂ ਇਸ ਹਾਲਾਤ 'ਚ ਗੁਜ਼ਰੇ। ਸਵੇਰੇ ਅਸੀਂ ਕਿਹਾ ਵੀ ਅਸੀਂ ਜਾ ਕੇ ਦਿਹਾੜੀ ਲਗਾਵਾਂਗੇ। ਵੀ ਆਦਮੀ ਮਜ਼ਦੂਰ ਆਦਮੀ ਨੇ ਕਿਹਾ ਵੀ ਆਪਣੀ ਦਿਹਾੜੀ ਨਾਲ ਮਤਲਬ ਜਦੋਂ ਬਾਹਰ ਤੱਕ ਪਹੁੰਚਿਆ ਤਾਂ ਸਾਨੂੰ ਘਰੇ ਵੱਖਰੇ ਕਰ ਕਰਕੇ ਪੁਲਿਸ ਵਾਲਿਆਂ ਨੇ ਫਿਰ ਅਟੈਕ ਕਰਤਾ। ਇੱਕ ਕਰਤੇ तुम्हें कोई कुछ नहीं कहेगा, कोई कुछ नहीं कहेगा। फलाने हो 2 मिनट बाद खबर मिले फलाने ਨੂੰ मारता, 2 मिनट मिले फलाने ਨੂੰ मारता। मारते मारते मतलब सारे बंदे उन्होंने आलमोस्ट उत्थे खत्म करते ਸੀਗੇ। 2-4 ਜਿਹੜੇ ਘਰ बचे ਅਸੀਂ ਹਲੇ ਕਿ ਨਵੇਂ ਗਏ ਸੀਗੇ। ਅਸੀਂ 100 ਗਜ ਦਾ ਮਕਾਨ ਬਣਾਇਆ ਸੀਗਾ, ਚਲੋ ਵੀ ਇੱਥੇ ਰਹਿ ਲਾਂਗੇ। 2 ਮਹੀਨੇ ਵੀ ਨਹੀਂ ਸਾਨੂੰ ਰਹਿਣਾ ਨਸੀਬ ਹੋਇਆ ਉੱਥੇ ਆਪਣੇ। ਔਰ ਅੱਜ ਤੱਕ ਮੇਰੇ ਕੋਲ ਮਕਾਨ ਨਹੀਂ ਹੈ। ਅੱਜ 38 ਸਾਲ ਹੋ ਗਏ ਨੇ, ਹੋਮਲੈਸ बैठा मैं आज भी, क्योंकि कोई मिले ही नहीं किधरों भी कुछ भी। करते रहे पर लास्ट में जाके फिर बच्चे ने थोड़ा नाल मेहनत की तो आज थोड़ा जिहा चलो अपना रोटी लायक हो गए। हाँ जी, मैं भुपिंदर सिंह सैक्टर 16 रोहनी का निवासी हाँ। लगभग पिछले 25 सालों तो इत्थे रह रहे हैं। और यह जी कलोनी वसाई गई सी 1984 राइट्स की कलोनी हैगी है, 1990 में इत्थे आई है। और उस तो बाद भी इन्हां दा कोई बहुत अच्छा कोई डिवेलपमेंट नहीं हुई, क्योंकि जिन्ने भी लोग इत्थे आए सीगे वो सारे दे सारे ही 84 दंगा पीड़ित ही सन। ते उस तो बाद इन्हां दा इत्थे कोई इदां दा कोई रोज़गार नहीं सी, कोई कमाण वाला इदां दस्सिया, क्योंकि बंदे जिन्ने भी सी जेंट सीगे उन्हां दी ते डैथ हो गई सी। उस तो बाद लेडीज़ आईयां जो वो घरां दे विच काम कर करके इदां ही अपना बच्चों नूं पाल रहीआं सीगीआं। तो ਉਹਦਾ इफैक्ट ये होया कि बच्चे जिन्ने भी सीगे उन्हां दी केयर करने वाला माँ चले जाती सी काम ते, कि उन्हां दी केयर करने वाला कोई नहीं। तो बच्चों नूं मतलब गलत राह ते पै के इस टाइम काफ़ी लोगों दी बच्चों दी जो कोई इस टाइम जवान हो चुके सीगे, डैथ भी हुई है। कम से कम नहीं मेरे सामने 25-30 मुंडे जिहड़े कि 18 साल तो लैके 25 साल तक दे जिन्हां दी डैथ हुई नशे के कारण ही। सो अज भी इत्थे कोई बहुत वधिया सिस्टम नहीं हैगा। सरकारां आउंदियां ने बनदियां ने, वोट बैंक ही बना के रखा होया। चाहे पहले BJP की सरकार रही है, उन्होंने भी कोई इत्थे अच्छा कोई काम नहीं किया। हुण आम आदमी की सरकार है, उहदा भी इत्थे कोई वधिया नहीं चल रहा सिस्टम कि कोई अच्छा। असी कंप्लेंट की विधायक नूं भी इत्थे आके साडा जिहड़ा इत्थे नशा वेच रहे हैं, कोई शराब वेच रहा, कोई कुछ कर रहा, तो इन्हां नूं वो कहंदा नहीं तुसीं अपने बेस ते करो जो भी करना। तो असीं कहा भी चलो थाणे तक तो चलो नाल, वो भी नहीं गया।
ਸੋ ਇੱਦਾਂ ਦੇ ਕੰਮ ਬਹੁਤ ਜ਼ਿਆਦਾ ਗਲਤ ਹੋ ਰਹੇ ਨੇ। ਕੋਈ ਸਮੈਕ ਪੀ ਰਿਹਾ, ਕੋਈ ਕੁਛ ਹੈ, ਕੋਈ ਅੱਛੀ ਸਿੱਖਿਆ ਦਾ ਕੋਈ ਉਹ ਸਿਸਟਮ ਨਹੀਂ ਹੈਗਾ ਕਿ ਨਾ ਤੇ ਬੱਚੇ ਪੜ੍ਹ ਰਹੇ, ਨਾ ਉਹਨਾਂ ਦੀ ਕੋਈ ਨੌਕਰੀ ਦਾ ਕੋਈ ਇੱਦਾਂ ਦਾ ਸਿਸਟਮ ਬਣ ਰਿਹਾ ਕਿ ਅੱਗੇ ਜਾ ਕੇ ਪੜ੍ਹ ਲਿਖ ਕੇ ਕੋਈ ਵਧੀਆ ਨੌਕਰੀ ਕਰਨ ਦੇ ਆਪਣੇ ਮਾਂ ਪਿਓ ਨੂੰ ਮਾਂ ਨੂੰ ਜਾਂ ਬੱਚਿਆਂ ਨੂੰ ਆਪਣੇ ਭੈਣ ਭਰਾਵਾਂ ਨੂੰ ਪਾਲ ਸਕਣ। ਭੁਪਿੰਦਰ ਜੀ, ਅਸੀਂ ਦੇਖਿਆ ਕਿ ਇੱਕ ਕਮਰੇ ਦਾ ਮਕਾਨ ਅਲਾਟ ਹੋਇਆ। ਅਸੀਂ ਲੋਕਾਂ ਨਾਲ ਗੱਲ ਕੀਤੀ, ਕਮਰੇ ਵੀ ਨਹੀਂ ਸੀ, ਉਹ ਕਹਿ ਰਹੇ ਐਵੇਂ ਬਸ ਕੰਧਾਂ ਜਿਹੀਆਂ ਬਣਾ ਕੇ ਛੱਡ ਦਿੱਤਾ ਸੀ, ਫਿਰ ਆਪਣਾ ਬਣਾ ਉਸ ਤੋਂ ਬਾਅਦ ਪਰਿਵਾਰ ਵੱਧ ਗਏ, ਲੇਕਿਨ ਇੱਕ ਕਮਰੇ 'ਚ ਐਡਜਸਟ ਹੋਣਾ ਇੱਕ ਫੈਮਿਲੀ ਦਾ ਬੜਾ ਹੀ ਮੁਸ਼ਕਿਲ ਹੈ। ਹਾਲੇ ਵੀ 38 ਸਾਲਾਂ ਬਾਅਦ ਵੀ ਉਹ ਇੱਕ ਕਮਰੇ ਦਾ ਜਾਂ ਜ਼ਿਆਦਾ ਤੋਂ ਥੋੜ੍ਹਾ ਕੋਸ਼ਿਸ਼ ਕਰਕੇ ਇੱਧਰ ਉੱਧਰ ਵਧਾ ਕੇ ਕਿਸੇ ਨੇ ਆਪਣਾ ਘਰ ਥੋੜ੍ਹਾ ਸਹੀ ਕਰ ਲਿਆ ਹੋਣਾ, ਪਰ ਹਾਲਾਤ ਅੱਜ ਵੀ ਬਹੁਤ ਖਰਾਬ ਨੇ। ਅਗਰ ਇਹ ਕਤਲੇਆਮ ਨਹੀਂ ਹੋਇਆ ਹੁੰਦਾ, ਜਿਸ ਤਰ੍ਹਾਂ ਹਾਲਾਤਾਂ 'ਚ ਲੋਕ ਰਹਿ ਰਹੇ ਨੇ, ਤੁਹਾਨੂੰ ਲੱਗਦਾ ਹੈ ਕਿ ਉਹਨਾਂ ਦੀ ਜ਼ਿੰਦਗੀ ਅੱਜ ਬਹੁਤ ਬਿਹਤਰ ਹੁੰਦੀ ਇਸ ਤੋਂ? ਬਿਲਕੁਲ ਇਹ ਬਿਹਤਰ ਹੁੰਦੀ ਹੈ। ਜੋ 84 ਦਾ ਕਾਂਡ ਹੋਇਆ ਸੀ, ਇਹਦੇ ਵਿੱਚ ਜਿੰਨੇ ਵੀ ਇਹ ਬਿਲਕੁਲ ਉਹ ਜਿਹੜੇ ਪੀੜਿਤ ਸਨ ਉਹੀ ਹੈ। ਤਿਲਕ ਵਿਹਾਰ ਤੋਂ ਝੁੱਗੀਆਂ 'ਚ ਰਹਿੰਦੇ ਸੀ, 84 ਤੋਂ ਬਾਅਦ ਇਹਨਾਂ ਝੁੱਗੀਆਂ 'ਚ ਰਹਿਣ ਲੱਗੇ, ਲੋਕ ਘਰ ਤੋਂ ਉੱਜੜ ਗਏ, ਲੁੱਟ-ਪਾਟ ਹੋ ਗਈ, ਘਰਾਂ ਨੂੰ ਕੋਈ ਬੰਦੇ ਛੱਡ ਕੇ ਚਲੇ ਗਏ। ਉਸ ਤੋਂ ਬਾਅਦ ਫਿਰ ਜਦੋਂ ਆਏ ਤਾਂ ਉੱਦਾਂ ਦੇ ਕਬਜ਼ੇ ਹੋ ਚੁੱਕੇ ਸੀ, ਤੇ ਆ ਕੇ ਇਹਨਾਂ ਨੇ ਫਿਰ ਝੁੱਗੀਆਂ ਪਾ ਕੇ ਰਹਿਣ ਲੱਗੇ। ਉੱਥੋਂ ਝੁੱਗੀਆਂ ਗੌਰਮੈਂਟ ਨੇ ਆਪਣਾ ਪੱਲਾ ਝਾੜਨ ਵਾਸਤੇ ਇਹਨਾਂ ਨੂੰ ਇੱਥੇ 18 ਗਜ ਜਗ੍ਹਾ ਦਿੱਤੀ। 18 ਗਜ ਦੀ ਜਗ੍ਹਾ ਵਿੱਚ ਸਮਝ ਲਓ ਕਿ ਜਿਹਦੇ 'ਤੇ ਕੋਈ ਬਾਰਦਾ ਸੀ ਉਹਦਾ ਤਾਂ ਬਣ ਗਿਆ ਵੀ ਚੱਲ 18 ਦਾ 50 ਵੀ ਹੋ ਗਿਆ, ਕਿਸੇ ਦਾ 30 ਵੀ ਹੋ ਗਿਆ। ਜਿਹੜੇ ਅੰਦਰ ਦੇ ਉਹ ਉੱਥੇ ਦੇ ਉੱਥੇ ਰਹਿ ਗਏ। ਅਤੇ ਇੰਨਾ ਬੁਰਾ ਹਾਲ ਹੈ ਅੰਦਰ ਦੇ ਮਕਾਨਾਂ ਦਾ ਕਿ ਨਾ ਤਾਂ ਉੱਥੇ ਕੋਈ ਵੈਂਟੀਲੇਸ਼ਨ ਹੈ, ਨਾ ਕੋਈ ਕੁਛ, ਸੂਰਜ ਦੀ ਰੋਸ਼ਨੀ ਤੱਕ ਨਹੀਂ ਜਾਂਦੀ। ਅਤੇ ਅੰਦਰ ਬਿਮਾਰੀ, ਵੈਸੇ ਬਿਮਾਰੀ ਦੇ ਨਾਲ ਤੋਂ ਜ਼ਿਆਦਾ ਵੈਸੇ ਬੰਦੇ ਬਿਮਾਰ ਰਹਿੰਦੇ ਕਿਉਂਕਿ ਵੈਂਟੀਲੇਸ਼ਨ ਦਾ ਕੋਈ ਸਿਸਟਮ ਹੈ ਨਹੀਂ ਹੈ। ਅਤੇ ਇਸ ਕਰਕੇ ਬਹੁਤ ਜ਼ਿਆਦਾ ਸਮੱਸਿਆਵਾਂ ਰਹਿੰਦੀਆਂ ਨੇ। ਇੱਦਾਂ ਜਿੱਦਾਂ ਆਪਣਾ ਹੁਣ ਅੱਜ ਵੀ ਕੈਂਪ ਲੱਗਾ ਹੋਇਆ, ਇਸ ਤਰ੍ਹਾਂ ਅਸੀਂ ਜੋ ਕਰ ਸਕਦੇ ਕੈਂਪ ਲਗਵਾਉਂਦੇ ਰਹਿੰਦੇ ਹਾਂ, ਜਿੰਨਾ ਕੁ ਅਸੀਂ ਕਰ ਸਕਦੇ ਹਾਂ। ਆਉਂਦੇ ਸੰਗਤ ਆਉਂਦੇ ਨੇ, ਕਈ ਲਾਉਣ ਵਾਸਤੇ ਲਾਉਂਦੇ ਆ। ਤੇ ਅੱਜ ਜੋ ਵੀ ਹਾਲਾਤ ਨੇ ਇਹਨਾਂ ਨੂੰ ਸੁਧਾਰਨ ਵਾਸਤੇ, ਤੁਸੀਂ ਕਹਿ ਰਹੇ ਮੈਂ 25 ਸਾਲਾਂ ਤੋਂ ਇੱਥੇ ਰਹਿੰਦਾ, ਤੁਸੀਂ 25 ਸਾਲਾਂ 'ਚ ਕੁਝ ਐਸਾ ਦੇਖਿਆ ਕਿ ਕਿਸੇ ਨੇ ਕੁਝ ਹਾਲਾਤ ਸੁਧਾਰਨ ਵਾਸਤੇ, ਉਹਨਾਂ ਦੀ ਜ਼ਿੰਦਗੀ ਦੇ ਹਾਲਾਤ ਥੋੜ੍ਹੇ ਬਿਹਤਰ ਹੋਣ, ਕਿਸੇ ਨੇ ਕੁਝ ਕੀਤਾ ਹੋਵੇ? ਨਹੀਂ, ਇਹ ਸਰਕਾਰ ਦਾ ਕੰਮ ਹੁੰਦਾ। ਸਰਕਾਰ ਜਿਹੜੇ ਇੱਥੇ ਸਿਸਟਮ ਜੋ ਸਾਡਾ ਹੈਗਾ ਲੋਕਤੰਤਰ ਦੇ ਹਿਸਾਬ ਨਾਲ ਵੋਟ ਬੈਂਕ ਨਾਲ ਸਰਕਾਰ ਚੁਣੀ ਜਾਂਦੀ। ਸਰਕਾਰਾਂ ਦਾ ਕੰਮ ਹੈ, ਆਮ ਹੁਣ ਬੰਦਾ ਜਦੋਂ ਮੰਨ ਲਓ ਮੈਂ ਆ ਜਾਂ ਤੁਸੀਂ ਹੋ ਜਾਂ ਹੋਰ ਵੀ ਕੋਈ ਆ, ਉਹ ਤਾਂ ਸਿਰਫ ਆਪਣਾ ਪਰਿਵਾਰ ਦਾ ਹੀ ਕਰੇਗਾ ਨਾ। ਸਰਕਾਰ ਦਾ ਕੋਈ ਇਹਦੇ 'ਚ ਯੋਗਦਾਨ ਨਹੀਂ ਹੈ ਕਿ ਇਹਨਾਂ ਨੂੰ ਅੱਛੀ ਮਤਲਬ ਅੱਗੇ ਡਿਵੈਲਪ ਹੋ ਸਕਣ। ਉਹ ਉਹਨਾਂ ਵੱਲੋਂ ਕੋਈ ਉਹ ਕੁਛ ਨਹੀਂ ਕਰਦੇ। ਮਤਲਬ ਜਿਹੜੇ ਵੋਟ ਬੈਂਕ ਬਣਾ ਕੇ ਰੱਖਿਆ ਹੋਇਆ, ਬਾਕੀ ਕੁਛ ਨਹੀਂ ਹੈ ਇੱਥੇ ਮਤਲਬ ਸਿਸਟਮ ਇੱਦਾਂ ਦਾ। ਵੱਲੋਂ ਕਦੇ ਇਸ ਤਰ੍ਹਾਂ ਸਰਕਾਰ ਅੱਗੇ ਮੰਗ ਰੱਖੀ ਗਈ ਕਿ ਸਾਡੀ ਬੱਚਿਆਂ ਦੀ ਪੜ੍ਹਾਈ ਦਾ ਇੰਤਜ਼ਾਮ ਕਰ ਦਿਓ, ਘੱਟ ਤੋਂ ਘੱਟ ਪੜ੍ਹ ਲਿਖ ਜਾਣ, ਨਸ਼ਿਆਂ ਦੀ ਲੱਤ 'ਚ ਨਾ ਫਸਣ, ਅਤੇ ਨਾਲ ਥੋੜ੍ਹੇ ਇੱਕ ਸਮਾਜ ਦਾ ਹਿੱਸਾ ਹੀ ਹੁੰਦਾ ਹੈ ਹਰ ਬੰਦਾ, ਥੋੜ੍ਹਾ ਹੋਰ ਬਿਹਤਰ ਹੋਏਗਾ, ਇਸ ਤਰ੍ਹਾਂ ਦੀ ਕੋਸ਼ਿਸ਼? ਇਹ ਕੋਸ਼ਿਸ਼ ਬਿਲਕੁਲ, ਚਲੋ ਤੁਸੀਂ ਆਏ ਹੋ, ਇਹ 1 ਮਹੀਨਾ ਪਹਿਲਾਂ ਦੀ ਗੱਲ ਹੈ, ਮਹੀਨਾ ਵੀ ਨਹੀਂ ਹੋਇਆ ਮੈਨੂੰ ਲੱਗਦਾ। ਅਤੇ ਸਾਡੇ ਇੱਥੇ ਆਏ ਸੀਗੇ ਵਿਧਾਇਕ, ਤਾਂ ਉਹਨਾਂ ਨੂੰ ਸਿਰਫ ਅਸੀਂ ਇਹੀ ਗੁਰਦੁਆਰੇ ਦੇ ਅੰਦਰ ਬੈਠੇ ਸੀ ਅਤੇ ਪੁੱਛਿਆ ਵੀ ਤੁਸੀਂ ਸਾਡੇ ਜਿਹੜੀ ਹੈ ਇੱਕ ਪੰਜਾਬੀ ਲੈਂਗੁਏਜ ਹੈ ਸਾਡੀ 11ਵੀਂ ਔਰ 12ਵੀਂ ਕਲਾਸ ਸੀਨੀਅਰ ਸੈਕੰਡਰੀ ਸਕੂਲ ਵਿੱਚ ਉਹ ਹੈ ਨਹੀਂ ਹੈ। ਉਹਨਾਂ ਨੂੰ ਕਿਹਾ ਵੀ ਸਾਡੇ ਬੱਚੇ, ਸਾਡੀ ਇੱਕ ਮਦਰ ਲੈਂਗੁਏਜ ਹੈ ਅਤੇ ਬੱਚੇ ਸਾਨੂੰ ਕੁਛ ਨਹੀਂ ਹੈ, ਸਾਨੂੰ ਪਾਠ ਕਰਨ ਵਾਸਤੇ ਜੇ ਅਸੀਂ ਆਪਣਾ ਧਰਮ ਦੇ ਅੱਗੇ ਪ੍ਰਚਾਰ ਕਰਨਾ ਤਾਂ ਉਹਦੇ ਵਾਸਤੇ ਤਾਂ ਪੰਜਾਬੀ ਚਾਹੀਦੀ ਹੈ। ਇਸ ਪੰਜਾਬੀ ਤੱਕ ਨਹੀਂ ਪ੍ਰੋਵਾਈਡ, ਟੀਚਰ ਨਹੀਂ ਪ੍ਰੋਵਾਈਡ ਕਰਵਾ ਪਾ ਰਹੇ, ਹੋਰ ਇਹਨਾਂ ਨੇ ਕੀ ਕਰਵਾਉਣਾ ਵਾ। ਸਰਕਾਰ ਦਾ ਕੰਮ ਹੈ, ਜਦ ਕਿ ਉਹ ਵੀ ਨਹੀਂ ਕਰਵਾ ਪਾ ਰਹੇ। ਸਾਡੀ ਇੰਨੀ ਕੰਪਲੇਂਟ ਕਰਨ ਤੋਂ ਬਾਅਦ ਵੀ ਤਾਂ ਉਹਦੇ ਨਾਲ ਵੀ ਕੋਈ ਉਹਨੇ ਮਤਲਬ ਢੰਗ ਦਾ ਕੋਈ ਜਵਾਬ ਨਹੀਂ ਦੇ ਕੇ ਗਏ। ਉਤੋਂ ਉਲਟਾ ਸਿੱਧਾ ਕਰਕੇ ਲੜਕੇ ਸਮਝ ਲਓ ਚਲੇ ਗਏ ਸਾਨੂੰ। ਕੁੱਲ ਮਿਲਾ ਕੇ ਕਿਹਾ ਜਾਏ ਇੰਨੇ ਸਾਲਾਂ 84 ਤੋਂ ਬਾਅਦ ਨੌਕਰੀ ਦੀ ਕਿਸੇ ਤਰ੍ਹਾਂ ਦੀ ਕੋਈ ਮਦਦ ਨਹੀਂ, ਖਾਣ ਪੀਣ ਵਾਸਤੇ ਜੋ ਜਿਸ ਤਰ੍ਹਾਂ ਆਪਣਾ ਮਤਲਬ 3 ਟਾਈਮ ਦੀ ਰੋਟੀ ਨਹੀਂ ਮਿਲੀ ਤਾਂ 1 ਟਾਈਮ ਦੀ ਰੋਟੀ ਕਰਕੇ ਖਾ ਕੇ ਵੀ ਗੁਜ਼ਾਰਾ ਕੀਤਾ ਲੋਕਾਂ ਨੇ। ਕਿਸੇ ਤਰ੍ਹਾਂ ਦੀ ਕੋਈ ਹੈਲਪ ਨਹੀਂ ਮਿਲੀ, ਨਾ ਕੋਈ ਪੜ੍ਹਾਈ ਵਜੋਂ। ਔਰ ਅਗਰ ਇੱਥੇ ਅਸੀਂ ਕਾਫੀ ਘਰਾਂ ਦੇ ਵਿੱਚ ਗਏ, ਪਾਣੀ ਅਸੀਂ ਦੇਖਿਆ ਬੜਾ ਹੀ ਬੁਰਾ ਪਾਣੀ ਹੈ, ਅਤੇ ਹੈਲਥ ਵਾਈਜ਼ ਵੀ ਲੋਕਾਂ ਦੀ ਮਤਲਬ ਕੋਈ ਹੈਲਥ ਵੀ ਜ਼ਿਆਦਾ ਅੱਛੀ ਨਹੀਂ ਹੈ। ਇਸ ਨੂੰ ਲੈ ਕੇ ਵੀ ਕਦੇ ਕੋਸ਼ਿਸ਼ ਨਹੀਂ ਹੋਈ? ਕੋਸ਼ਿਸ਼ ਤੁਹਾਨੂੰ ਦੱਸ ਰਹੇ ਨਾ ਕਿ ਪਿਛਲੇ 6 ਮਹੀਨਿਆਂ ਤੋਂ ਪਾਣੀ ਦੀ ਦਿੱਕਤ ਜ਼ਿਆਦਾ ਹੋਈ ਸੀ। ਉਹ ਪਾਣੀ ਅਸੀਂ ਸਮਰਸੀਬਲ ਗੁਰਦੁਆਰਾ ਸਾਹਿਬ ਦੇ ਵਿੱਚ ਲੱਗਾ ਹੋਇਆ ਅਤੇ ਪਾਣੀ ਇੱਥੋਂ ਪ੍ਰੋਵਾਈਡ ਕਰਵਾ ਰਹੇ ਸੀ। ਇਸੇ ਗੱਲ ਦੀ ਉਦੋਂ ਵਿਧਾਇਕ ਨਾਲ ਵੀ ਗੱਲ ਹੋਈ ਕਿ ਸਾਡਾ ਨਾ ਤਾਂ ਪਾਣੀ ਹੈ, ਨਾ ਕੋਈ ਸਿੱਖਿਆ ਹੈ, ਨਾ ਕੋਈ ਸਵਸਥ ਹੈ, ਅਤੇ ਕਿਉਂ ਨਹੀਂ ਇਹ ਕਰਵਾ ਦੇ ਰਹੇ ਤੁਸੀਂ। ਇਸ ਗੱਲ ਤੋਂ ਉਹਦੇ ਨਾਲ ਗੱਲ ਵੀ ਹੋਈ ਹੈ, ਲੇਕਿਨ ਨਹੀਂ, ਉਹ ਕੋਈ ਨਹੀਂ ਹੈ, ਮਤਲਬ ਕਹਿ ਕੇ ਸੁਣ ਕੇ ਚਲੇ ਗਏ ਬਸ। ਉਸ ਤੋਂ ਬਾਅਦ ਕੋਈ ਉਹ ਨਹੀਂ ਹੈ। ਬਾਕੀ ਲੋਕ ਆਪਣੇ ਵਿਆਪ 'ਤੇ ਕੋਈ ਮਿਹਨਤ ਕਰ ਰਿਹਾ, ਕੋਈ ਕੁਛ ਤਰ੍ਹਾਂ ਵੀ ਕਰ ਰਿਹਾ, ਕੋਈ ਦਵਾਈ ਦਾਰੂ ਲੈ ਰਿਹਾ, ਹੋਰ ਕੋਈ ਇੱਦਾਂ ਦੀ ਉਹ ਇਹ ਨਹੀਂ ਹੈ ਕਿ ਚਲੋ ਜੋ ਵੀ ਇੱਕ ਅੱਜ ਸਰਕਾਰ ਜਿੱਦਾਂ ਕਿ ਕਾਂਗਰਸ ਨੇ ਕਰਵਾਇਆ
ਤੇ ਬੀਜੇਪੀ ਕਹਿੰਦੀ ਵੀ ਅਸੀਂ ਨਿਆਂ ਦੇਵਾਂਗੇ, ਕੋਈ ਨਿਆਂ ਨਹੀਂ, ਕੋਈ ਕੁਛ ਨਹੀਂ। ਅੱਜ ਵੀ ਜਿਹੜੇ ਵੇਖ ਕੇ ਤੁਸੀਂ ਸੁਣਿਆ ਹੀ ਹੋਣਾ, ਕਾਨਪੁਰ ਵਿੱਚ ਜਿਹੜੇ ਉਹ ਬੰਦੇ ਹੁਣ ਫੜੇ ਜਾ ਰਹੇ ਨੇ 38 ਸਾਲ ਬਾਅਦ ਜਾ ਕੇ। ਤੇ ਕੁਛ ਨਹੀਂ, ਗੌਰਮੈਂਟ ਦਾ ਮਤਲਬ ਇੱਕ ਦੇਖਿਆ ਜਾਏ ਤਾਂ ਇੱਕ ਸਿੱਖਾਂ ਦੇ ਪ੍ਰਤੀ ਮੇਰੇ ਹਿਸਾਬ ਨਾਲ ਤਾਂ ਇੱਕ ਅਲੱਗ ਹੀ ਰਵੱਈਆ ਕਿ ਕੋਈ ਇਹਨਾਂ ਦਾ ਕੋਈ ਮਤਲਬ ਹੈ ਨਹੀਂ ਹੈ। ਸਰਕਾਰ ਦਾ ਜਿਹੜਾ ਕੰਮ ਹੁੰਦਾ ਵੀ ਜਿੰਨੀ ਕਮਿਊਨਿਟੀ ਰਹਿ ਰਹੀ ਉਹਨਾਂ ਨੂੰ ਸਾਰਿਆਂ ਨੂੰ ਕੋਆਪਰੇਟ ਕਰਕੇ ਚੱਲਣ, ਲੇਕਿਨ ਸਿੱਖਾਂ ਦੇ ਨਾਲ ਤੇ ਅੱਜ ਵੀ ਉਹ ਹੈ ਨਹੀਂ ਹੈ, ਕੋਆਪਰੇਟ ਵਾਲਾ ਕੋਈ ਉਹ ਨਹੀਂ ਹੈ। ਉਹ ਤੁਸੀਂ ਦੇਖ ਹੀ ਰਹੇ ਕਿ ਸਾਡੇ ਜਿਹੜੇ ਬੰਦੀ ਸਿੰਘ ਨੇ ਉਹ ਸਜ਼ਾਵਾਂ ਪੂਰੀਆਂ ਕਰਕੇ ਵੀ ਅੰਦਰ ਬੈਠੇ ਹੋਏ ਨੇ, ਕੋਈ ਸੁਣਨ ਵਾਲਾ ਨਹੀਂ ਹੈ ਜੀ। 38 ਸਾਲਾਂ ਬਾਅਦ ਜੋ ਵੀ ਹਾਲਾਤ ਨੇ, ਹਾਲੇ ਜੋ ਪੀੜਿਤ ਲੋਕ ਨੇ, ਤੁਹਾਨੂੰ ਹਾਲੇ ਕੁਝ ਉਮੀਦ ਹੈ ਕਿਸੇ ਤੋਂ? ਅਗਰ ਇਹਦੇ ਵਿੱਚ ਆਪਾਂ, ਤੁਸੀਂ ਸਰਕਾਰਾਂ ਦੀ ਗੱਲ ਕੀਤੀ, ਸਿੱਖ ਲੀਡਰਾਂ ਦੀ ਗੱਲ ਕਰੇ, ਉਹਨਾਂ ਦੀ? ਸਿੱਖ ਲੀਡਰ ਜਿਹੜੇ ਹੈਗੇ ਨੇ ਜੀ, ਉਹ ਅੱਜ ਕੱਲ੍ਹ ਵੀ ਅਸੀਂ ਬੈਠੇ ਹੋਏ ਸੀਗੇ, ਇਹੀ ਇੱਕ ਵਿਚਾਰ ਕਰਦੇ ਰਹਿੰਦੇ। ਚਲੋ ਸਾਰੇ ਆਪਣੇ ਹੈਗੇ ਨੇ, ਅੰਕਲ ਜੀ ਹੁਣੀ, ਵੱਡੇ ਵੀ ਛੋਟੇ ਵੀ, ਸਾਰੇ ਬੈਠਦੇ ਆ ਵੀ ਸਾਡੀ ਇੱਕ ਸਮਝ ਲਓ ਕਿ ਸਿੱਖ ਕੌਮ ਦੀ ਇੱਕ ਪਤਾ ਨਹੀਂ ਕੀ ਹੈਗਾ ਕਿ ਨਾ ਤਾਂ ਸਾਡਾ ਧਾਰਮਿਕ ਲੀਡਰ ਕੋਈ ਚੰਗਾ ਮਿਲਿਆ ਅਤੇ ਰਾਜਨੀਤਿਕ ਤਾਂ ਹੈ ਹੀ ਨਹੀਂ। ਰਾਜਨੀਤਿਕ ਤਾਂ ਸਿਰਫ ਆਪਣੀ ਕੁਰਸੀਆਂ ਦੇਖਦੇ ਆ, ਜਿਹਨੂੰ ਜਿੱਥੇ ਕੁਰਸੀ ਮਿਲੀ ਉੱਧਰ ਨੂੰ ਭੱਜ ਜਾਂਦੇ, ਕੋਈ ਇਹ ਨਹੀਂ ਕਹਿਣ ਨੂੰ ਕੁਛ, ਕਰਨ ਨੂੰ ਕੁਛ। ਧਾਰਮਿਕ ਲੀਡਰ ਵੀ ਕੋਈ ਇੱਦਾਂ ਦਾ ਨਹੀਂ ਮਿਲਿਆ ਕਿ ਜਿਹੜਾ ਬੰਦਾ ਕਹੇ ਵੀ ਹਾਂ ਅਸੀਂ ਆਪਣਾ ਧਰਮ ਦਾ ਹੀ ਪ੍ਰਚਾਰ ਕਰ ਲਿਆ। ਜੇ ਤੁਸੀਂ ਪੰਜਾਬ ਵਿੱਚ ਦੇਖ ਰਹੇ ਹੋ ਕਿ ਕਿੰਨੇ ਜ਼ਿਆਦਾ ਮਤਲਬ ਕਨਵਰਜੇਸ਼ਨ ਹੋ ਰਹੀ ਹੈ ਉਹਦੇ ਵਿੱਚ, ਕ੍ਰਿਸਚਨਿਟੀ ਵਿੱਚ। ਸੋ ਇਹ ਬੜਾ ਹੀ ਮਤਲਬ ਗਲਤ ਹੋ ਰਿਹਾ ਇਸ ਟਾਈਮ। ਤੇ ਕੱਲ੍ਹ ਗੱਲ ਕਰਨ ਦੇ ਸੀਗੇ, ਉਹ ਕਹਿੰਦੇ ਵੀ ਮਹਾਰਾਜ ਜੀ ਇਹ ਤਾਂ ਬੰਦਾ ਭੇਜੂਗਾ ਤਾਂ ਹੀ ਗੱਲ ਬਣੂਗੀ। ਇਸ ਟਾਈਮ ਨਾ ਤਾਂ ਸਾਡੇ ਕੋਲ ਧਾਰਮਿਕ ਲੀਡਰ ਹੈ, ਨਾ ਕੋਈ ਰਾਜਨੀਤਿਕ ਲੀਡਰ ਹੈ ਸਾਡੇ ਕੋਲ ਕੌਮ ਦਾ ਜਿਹੜਾ ਭਲਾ ਸੋਚੇ। ਬਾਕੀ ਕਰਨ ਨੂੰ ਤਾਂ ਹੁਣ ਦਿੱਲੀ ਕਮੇਟੀ ਹੈਗੀ ਹੈ, ਕਰਨ ਨੂੰ ਇਹ ਵੀ ਬਹੁਤ ਕੁਛ ਕਰ ਸਕਦੇ ਆ, ਲੇਕਿਨ ਇਹਨਾਂ ਦਾ ਜਿਹੜਾ ਕੰਮ ਹੈ, ਇੱਥੇ ਆਉਂਦੇ ਆ ਇਲੈਕਸ਼ਨ ਦੇ ਵਿੱਚ ਲੋਕਾਂ ਨੂੰ। ਅਸੈਂਬਲੀ ਦੇ ਇਲੈਕਸ਼ਨ ਵਿੱਚ ਅਸੀਂ 2-3 ਪਲਾਨ ਤੋਂ ਦਾਰੂ ਜੇ ਬੰਦ ਕੀਤੀ, ਲੇਕਿਨ ਜਿਹੜੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਦੇ ਵਿੱਚ ਲੋਕਾਂ ਨੂੰ ਦਾਰੂ ਦੇ ਕੇ, ਪੈਸੇ ਦੇ ਕੇ, ਵੋਟਾਂ ਲੈ ਕੇ ਚਲੇ ਜਾਂਦੇ ਆ। ਅੱਜ ਤੱਕ ਕੋਈ ਕਲੋਨੀ ਦਾ ਬੱਚਾ ਇਹਨਾਂ ਨੇ GHPS ਵਿੱਚ ਕੋਈ ਐਡਮਿਸ਼ਨ ਨਹੀਂ ਕਰਵਾਇਆ। ਸਿਰਫ ਕੀ ਵੋਟਾਂ ਲਈਆਂ, ਮੈਂਬਰ ਬਣੇ, ਉਸ ਤੋਂ ਬਾਅਦ ਆਪਣੇ ਘਰਾਂ ਦੇ ਵਿੱਚ ਬੈਠ ਕੇ ਆਪਣਾ ਭ੍ਰਸ਼ਟਾਚਾਰ ਕਰੋ, ਦਿਖਾਓ ਵੀ ਉਹ ਕਲੋਨੀ ਜਾਏ, ਆਪਣੇ ਜਿੱਥੇ ਬੈਠੇ ਰਹੋ ਆਪਣਾ ਨਾਮ, ਹੋਰ ਕੋਈ ਕੰਮ ਨਹੀਂ ਕਰਨਾ। ਜਿੱਦਾਂ ਕਿ ਆਪਾਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਕਮ ਸੇ ਕਮ ਨਹੀਂ 20 ਸਾਲ ਤੋਂ ਲੈ ਕੇ 25-30 ਸਾਲ ਦੇ ਵਿੱਚ 40 ਦੇ ਕਰੀਬ ਡੈਥ ਹੋਈ ਆ। ਫਿਲਹਾਲ ਦੇ ਪਿਛਲੇ 4-5 ਦਿਨ ਦੇ ਵਿੱਚ ਹੀ ਸਿਰਫ ਇਹ ਨਸ਼ੇ ਦੀ ਵਜ੍ਹਾ ਤੋਂ, ਸਰਕਾਰਾਂ ਦੇ ਕੰਮ ਨਾ ਕਰਨ ਕਰਕੇ। ਕਿਉਂਕਿ ਅਗਰ ਪ੍ਰਸ਼ਾਸਨ ਚਾਹੇ, ਪੁਲਿਸ ਚਾਹੇ ਤਾਂ ਇੱਥੇ ਬਿਲਕੁਲ ਨਸ਼ਾ ਬੰਦ ਹੋ ਸਕਦਾ, ਲੇਕਿਨ ਉਹ ਪੈਸੇ ਲੈਂਦੇ ਆ, ਆਪਣਾ ਮਹੀਨਾ ਲੈਂਦੇ ਆ, ਲੈ ਕੇ ਚਲੇ ਜਾਂਦੇ ਆ। ਨਸ਼ਾ ਲੋਕ ਸ਼ਰੇਆਮ ਵੇਚਦੇ ਆ। ਕਿਸੇ ਦੀ ਕੋਈ ਕਹਿੰਦਾ, ਆਮ ਬੰਦਾ ਸਾਡੇ ਵਰਗਾ ਜਾ ਕੇ ਕਵੇ ਤਾਂ ਅਗਲੇ ਕਹਿੰਦੇ ਵੀ ਤੁਸੀਂ ਜੋ ਕਰਨਾ ਕਰ ਲਓ। ਇਸ ਕਰਕੇ ਨਸ਼ਾ ਵਿਕ ਰਿਹਾ। ਔਰ ਉਹ ਨਸ਼ੇ ਦਾ ਸਾਈਡ ਇਫੈਕਟ ਹੈ ਕਿ ਬੱਚੇ ਨਸ਼ਾ ਕਰਕੇ ਘਰ ਵਿੱਚੋਂ ਕੋਈ ਅਗਰ ਬੋਲਦਾ ਉਹਨਾਂ ਨੂੰ, ਮਾਂ ਪਿਓ ਨੇ ਤਾਂ ਕਹਿਣਾ ਹੀ ਹੁੰਦਾ ਵੀ, ਜਾਂ ਭੈਣ ਭਰਾ ਨੇ ਕਿਸੇ ਕਹਿਤਾ, ਕਿਸੇ ਰਿਸ਼ਤੇਦਾਰ ਨੇ ਕਹਿਤਾ ਵੀ ਤੁਸੀਂ ਇਹ ਕੰਮ ਕਿਉਂ ਕਰ ਰਹੇ ਹੋ ਗੁੱਸੇ ਵਿੱਚ, ਜਾਂ ਮਿਸਿਜ ਨੇ ਕਹਿਤਾ, ਉਹ ਸੁਸਾਈਡ ਕਰ ਗਿਆ ਮੁੰਡਾ। ਇੱਕ ਇੱਥੇ 1 ਹਫ਼ਤਾ ਪਹਿਲਾਂ ਇੱਕ ਮਰਡਰ ਹੋਇਆ, ਉਹਦੇ ਵਿੱਚ ਵੀ ਉਹ ਸਿਰਫ ਉਹ ਕੀ ਸਮੈਕ ਕਹਿੰਦੇ ਵੇਚਦਾ ਸੀ ਮੁੰਡਾ, ਤੇ ਨਾਲੇ ਪੀਂਦਾ ਪੁੰਦਾ ਸੀ, ਤੇ ਉਹਦਾ ਪਤਾ ਨਹੀਂ ਕੌਣ ਕਰ ਗਿਆ। ਅੱਜ ਤੱਕ ਉਹ ਨਜਾਇਜ਼ ਹੀ। ਹੁਣ ਜਿਹੜੇ ਪ੍ਰਸ਼ਾਸਨ ਦਾ ਕੰਮ ਹੈ ਕਿ ਤੁਸੀਂ ਅਗਰ ਅੱਜ ਮੁੰਡੇ ਚੁੱਕ ਕੇ ਇੱਥੇ ਲੋਕਾਂ ਨੂੰ ਮਾਰ ਪਿਟਾਈ ਕਰਦੇ ਹੋ, ਮਨਾਉਣ ਵਾਸਤੇ ਵੀ ਕਿੰਨੇ ਕੀਤਾ, ਲੇਕਿਨ ਅਗਰ ਨਸ਼ਾ ਪਹਿਲਾਂ ਹੀ ਬੰਦ ਹੋਇਆ ਹੁੰਦਾ ਤੇ ਅੱਜ ਨੌਬਤ ਨਾ ਆਉਂਦੀ, ਨਾਲੇ ਤੇ ਅਗਲਿਆਂ ਦਾ ਬੱਚਾ ਸਹੀ ਰਹਿੰਦਾ। ਤੇ ਦੂਜਾ ਅੱਜ ਜਿਹੜਾ ਕੱਲ੍ਹ ਵੀ ਇਹਦੇ ਕੋਲ ਸੰਗਤ ਆਈ ਸੀ ਕਿ ਸਾਡੇ ਬੱਚਿਆਂ ਨੂੰ ਨਜਾਇਜ਼ ਚੁੱਕ ਕੇ ਲੈ ਗਏ ਅਤੇ ਕੁੱਟ ਮਾਰ ਕਰਕੇ ਛੱਡਤਾ। ਸੋ ਇਹ ਬੜਾ ਗਲਤ ਕੰਮ ਹੋ ਰਿਹਾ, ਅਤੇ ਅਸੀਂ ਸਰਕਾਰਾਂ ਅੱਗੇ ਇਹ ਅਪੀਲ ਕਰਦੇ ਹਾਂ ਕਿ ਇਹਨਾਂ ਚੀਜ਼ਾਂ ਨੂੰ ਤੁਸੀਂ ਅੱਜ ਜਿਹੜੇ ਹਾਲਾਤ ਬਣੇ ਹੋਏ ਇਹਨਾਂ ਨੂੰ ਇਹ ਨਾ ਬਣਨ, ਤਾਂ ਇਸ ਤੋਂ ਪਹਿਲਾਂ ਤੁਸੀਂ ਨਕੇਲ ਕੱਸ ਕੇ ਜਿਹੜੇ ਨਸ਼ਾ ਤਸਕਰ ਹੈ ਉਹਨਾਂ ਦੇ ਕਾਬੂ ਪਾਇਆ ਜਾਏ ਅਤੇ ਇਹ ਕੰਮ ਬੰਦ ਹੋ ਸਕਦਾ, ਤਾਂ ਕਿ ਲੋਕਾਂ ਦੇ ਜਵਾਨ ਪੁੱਤ ਜਾਂ ਬੱਚੇ ਨਾ ਮਰਨ। ਇਹ ਸਾਡੀ ਹੱਥ ਜੋੜ ਕੇ ਬੇਨਤੀ ਹੈ ਸਰਕਾਰ ਅੱਗੇ ਵੀ ਕਿ ਇਹਨਾਂ ਚੀਜ਼ਾਂ ਨੂੰ, ਤਸਕਰਾਂ ਜਿਹੜੇ ਨਸ਼ਾ ਤਸਕਰ ਹੈ ਉਹ ਚਾਹੇ ਛੋਟੇ ਹੈ ਚਾਹੇ ਵੱਡੇ ਪੱਧਰ 'ਤੇ ਕਰਦੇ, ਉਹਨਾਂ ਨੂੰ ਬਿਲਕੁਲ ਬੰਦ ਹੋਣਾ ਚਾਹੀਦਾ, ਰੋਕਿਆ ਜਾਣਾ ਚਾਹੀਦਾ ਹੈ।